ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡਾ ਪਿਛਲਾ ਹਫ਼ਤਾ ਖੁਸ਼ਗਵਾਰ ਗੁਜ਼ਰਾ ਹੋਊਗਾ ਅਤੇ ਉਮੀਦ ਕਰਦਾ ਕਿ ਅਗਲਾ ਹਫ਼ਤਾ ਵੀ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਹੋਵੇਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕਿਤਾਬ ਨੈਤਿਕਤਾ ਅਤੇ ਤਰਕਸ਼ੀਲਤਾ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਤੁਹਾਡੇ ਟੈਲੀਫੋਨ ਦੇ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ, ਡਿਸਕੋਰਸ ਤੁਹਾਡੇ ਨਾਲ ਰਚਾਉਣ ਦੀ ਕੋਸ਼ਿਸ਼ ਕਰਦਾ, ਜਿਹੜੇ ਮੈਂ ਨੁਕਤੇ ਪੁਆਇੰਟਸ ਉਸ ਲੇਖ ਵਿੱਚ, ਉਸ ਨਿਬੰਧ ਵਿੱਚ, ਉਸ ਆਰਟੀਕਲ ਵਿੱਚ ਉਠਾਏ ਹੁੰਦੇ ਆ, ਜਾਂ ਕੁਛ ਨੁਕਤੇ ਜਿਹੜੇ ਮੈਂ ਨਹੀਂ ਉਠਾਏ ਹੁੰਦੇ। ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਪ੍ਰੋਗਰਾਮ ਚੱਲਦਾ ਅਤੇ ਮੈਨੂੰ ਉਮੀਦ ਹੈ ਕਿ ਅੱਜ ਵੀ ਤੁਸੀਂ ਪੂਰਾ ਸਹਿਯੋਗ ਦਿਓਗੇ। ਅਤੇ ਟੈਲੀਫੋਨ ਕਾਲ ਜਿਹੜੀਆਂ ਤੁਸੀਂ ਹੁਣ ਤੋਂ ਹੀ ਲਾਈਨ ਅਪ ਕਰ ਲਓ। ਨੰਬਰ ਸਾਡਾ ਜਿਹੜਾ ਹੈਗਾ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ ਸਾਡਾ ਇੱਥੇ ਦਾ ਜਿਹੜਾ ਕੋਡ ਹੈਗਾ 300 770 2246 ਨੰਬਰ ਸਾਰਾ ਘੁਮਾਉਣਾ ਪਊਗਾ। ਜਿਹੜਾ ਅੱਜ ਸਬਜੈਕਟ, ਜਿਹੜਾ ਅੱਜ ਲੇਖ ਯਾਨੀ ਕਿ ਤੁਹਾਡੇ ਲਈ ਮੈਂ ਲੈ ਕੇ ਆਇਆ, ਉਹਦਾ ਨਾਂ ਹੈ ਤਰਕਸ਼ੀਲ ਸੋਚ ਕੀ ਹੈ। ਅਤੇ ਮੈਂ ਪਹਿਲਾਂ ਉਸ ਲੇਖ ਨੂੰ ਪੜ੍ਹਦਾ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਵੀ ਤਰਕਸ਼ੀਲ ਸੋਚ ਜਿਹੜੀ ਆ ਉਹ ਕਿਉਂ ਜ਼ਰੂਰੀ ਹੈ ਅਤੇ ਆਪਣੇ ਜੀਵਨ ਨਾਲ ਇਹਦਾ ਕੀ ਸੰਬੰਧ ਹੈ। ਤਰਕਸ਼ੀਲ ਸੋਚ ਕੀ ਹੈ? ਤਰਕ, ਲੌਜਿਕ ਅਤੇ ਦਲੀਲ ਦੇ ਇਹੋ ਜਿਹੇ ਆਧਾਰ ਹਨ ਜਿਨ੍ਹਾਂ ਉੱਤੇ ਦੁਨੀਆ ਦੀ ਤਰਕਸ਼ੀਲ ਸੋਚ ਖੜ੍ਹੀ ਹੈ। ਕੁਦਰਤੀ ਵਰਤਾਰਿਆਂ ਨੂੰ ਇਹਨਾਂ ਦੇ ਆਧਾਰਾਂ ਉੱਤੇ ਪਰਖਣਾ, ਵਿਸ਼ਲੇਸ਼ਣ ਕਰਨਾ ਹੀ ਤਰਕਸ਼ੀਲ ਸੋਚ ਹੈ। ਤਰਕਸ਼ੀਲ ਸੋਚ ਸਾਨੂੰ ਕਿਉਂ, ਕਿੱਦਾਂ ਅਤੇ ਕਿਵੇਂ ਜਿਹੇ ਸਵਾਲਾਂ ਨੂੰ ਸੋਚਣ ਅਤੇ ਉਹਨਾਂ ਦੇ ਜਵਾਬ ਲੱਭਣ ਲਈ ਮਜਬੂਰ ਕਰਦੀ ਹੈ। ਅਤੇ ਉਹ ਵਿਅਕਤੀ ਕਿਸੇ ਵਰਤਾਰੇ ਨੂੰ ਐਵੇਂ ਨਹੀਂ ਸਵੀਕਾਰ ਕਰ ਲੈਂਦਾ ਕਿ ਇਹ ਗੱਲ ਕਿਤਾਬਾਂ ਵਿੱਚ ਲਿਖੀ ਹੈ ਜਾਂ ਕਿਸੇ ਵੱਡੇ ਵਡੇਰੇ ਨੇ ਕਹੀ ਹੈ ਜਾਂ ਬਹੁਤੀ ਜਨਤਾ ਇਸ ਵਿਚਾਰ ਦੀ ਹਾਮੀ ਹੈ। ਮੇਘਰਾਜ ਮਿੱਤਰ ਦੁਆਰਾ ਸੰਪਾਦਿਤ ਕੀਤੀ ਕਿਤਾਬ ਤਰਕ ਜੋਤੀ ਦੇ ਸਫ਼ਾ 9 ਵਿੱਚ ਤਰਕਸ਼ੀਲਤਾ ਕੀ ਹੈ ਦੇ ਸਿਰਲੇਖ ਹੇਠ ਲਿਖਿਆ ਹੈ, ਤਰਕਸ਼ੀਲਤਾ ਅਜਿਹੀ ਵਿਸ਼ਵਾਸ ਪ੍ਰਣਾਲੀ ਹੈ ਜਿਸ ਦਾ ਆਧਾਰ ਵਿਵੇਕ, ਦਲੀਲ ਜਾਂ ਤਰਕ ਹੈ, ਸੱਤਾ ਨਹੀਂ। ਇਹੋ ਜਿਹੀ ਮਾਨਸਿਕ ਪ੍ਰਵਿਰਤੀ ਹੈ ਜੋ ਧਾਰਮਿਕ ਵਿਸ਼ਵਾਸਾਂ ਉੱਤੇ ਵੀ ਉਹੀ ਪੜਚੋਲੀਆ ਵਿਧੀਆਂ ਲਾਗੂ ਕਰਦੀ ਹੈ ਜਿਹੜੀਆਂ ਵਿਗਿਆਨ ਅਤੇ ਇਤਿਹਾਸ ਉੱਤੇ ਲਾਗੂ ਕੀਤੀਆਂ ਜਾਂਦੀਆਂ ਹਨ। ਇਹੀ ਵਿਧੀ ਹਰੇਕ ਵਰਤਾਰੇ ਨੂੰ ਦੈਵੀ ਚਮਤਕਾਰੀ ਕਾਰਨਾਂ ਨਾਲ ਜੋੜਨ ਦੀ ਬਜਾਏ ਕੁਦਰਤੀ ਕਾਰਨਾਂ ਨਿਯਮਾਂ ਨਾਲ ਜੋੜਦੀ ਹੈ, ਭਾਵ ਅਧਿਆਤਮਕ ਨਿਯਮਾਂ ਦੀ ਥਾਂ ਵਸਤੂਗਤ ਨਿਯਮਾਂ ਦੀ ਪਾਲਣਾ ਕਰਦੀ ਹੈ। ਇਹ ਵਿਧੀ ਮਨੁੱਖੀ ਜੀਵਨ ਦੇ ਤਿੰਨਾਂ ਅੰਗਾਂ ਕੁਦਰਤ, ਸਮਾਜ ਅਤੇ ਚੇਤਨਾ ਉੱਪਰ ਲਾਗੂ ਹੁੰਦੀ ਹੈ। ਇਹ ਉਹਨਾਂ ਦੀ ਵਾਸਤਵਿਕ ਸੁਭਾਅ ਸਮਝਣ ਵਿੱਚ ਸਹਾਈ ਹੁੰਦੀ ਹੈ। ਉਦਾਹਰਨ ਵਜੋਂ ਇਸ ਵਿਧੀ ਅਨੁਸਾਰ ਕੁਦਰਤ ਵਿੱਚ ਜਿੰਨੀਆਂ ਵੀ ਤਬਦੀਲੀਆਂ ਵਾਪਰਦੀਆਂ ਹਨ ਉਹ ਸਾਰੀਆਂ ਕੁਦਰਤੀ ਪਦਾਰਥਾਂ ਦੇ ਆਪਣੇ ਅੰਦਰਲੇ ਨਿਯਮਾਂ ਅਨੁਸਾਰ ਹੀ ਵਾਪਰਦੀਆਂ ਹਨ। ਜਿਵੇਂ ਵਰਖਾ ਪੈਣ ਦਾ ਕਾਰਨ ਕਿਸੇ ਦੈਵੀ ਸ਼ਕਤੀ ਵਿੱਚ ਮੌਜੂਦ ਨਹੀਂ, ਸਗੋਂ ਕੁਦਰਤੀ ਪਦਾਰਥਾਂ ਦੇ ਆਪਣੇ ਸੁਭਾਅ ਵਿੱਚ ਮੌਜੂਦ ਹੈ। ਪਾਣੀ ਗਰਮ ਹੋਣ ਨਾਲ ਭਾਫ਼ ਬਣ ਕੇ ਬੱਦਲਾਂ ਦੇ ਰੂਪ ਵਿੱਚ ਆਕਾਸ਼ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਠੰਡਾ ਹੋਣ 'ਤੇ ਮੁੜ ਪਾਣੀ ਬਣ ਕੇ ਵਰਖਾ ਦੀ ਸ਼ਕਲ ਵਿੱਚ ਧਰਤੀ ਉੱਤੇ ਆ ਡਿੱਗਦਾ ਹੈ। ਇਸ ਵਿੱਚ ਕਿਸੇ ਇੰਦਰ ਦੇਵਤਾ ਜਾਂ ਚਾਵਲ ਜੱਗ ਆਦਿ ਦਾ ਕੋਈ ਵੀ ਹੱਥ ਨਹੀਂ ਮੰਨਿਆ ਜਾ ਸਕਦਾ। ਇਸੇ ਤਰ੍ਹਾਂ ਬੰਦੇ ਦਾ ਜਨਮ ਨਰ ਅਤੇ ਮਾਦੇ ਦੇ ਸੰਭੋਗ ਨਾਲ ਹੁੰਦਾ ਹੈ, ਕਿਸੇ ਸ਼ਿਵਲਿੰਗ ਜਾਂ ਜਨਮ ਦੇਵਤਾ ਦੀ ਕਿਰਪਾ ਨਾਲ ਨਹੀਂ ਹੁੰਦਾ। ਇਸ ਵਰਤਾਰੇ ਨੂੰ ਇੰਝ ਸਮਝਣਾ ਹੀ ਤਰਕਸ਼ੀਲਤਾ ਹੈ। ਇਹ ਨਿਯਮ ਸਮਾਜ ਅਤੇ ਚੇਤਨਤਾ ਦੇ ਸਾਰੇ ਵਰਤਾਰਿਆਂ ਉੱਪਰ ਵੀ ਇਸੇ ਤਰ੍ਹਾਂ ਹੀ ਲਾਗੂ ਕੀਤਾ ਜਾ ਸਕਦਾ ਹੈ। ਇਸ ਵਿਧੀ ਦਾ ਮੂਲ ਆਧਾਰ ਉਹ ਫਲਸਫਾ ਹੈ ਜਿਸ ਨੂੰ ਪਦਾਰਥਵਾਦ ਆਖਿਆ ਜਾਂਦਾ ਹੈ, ਮਟੀਰੀਅਲਿਜ਼ਮ। ਪਦਾਰਥਵਾਦ ਪਦਾਰਥ ਨਹੀਂ ਸਗੋਂ ਇੱਕ ਦਾਰਸ਼ਨਿਕ ਦ੍ਰਿਸ਼ਟੀ ਹੈ ਜਿਸ ਅਨੁਸਾਰ ਪਦਾਰਥ ਬੁਨਿਆਦੀ ਬੇਸਿਕ ਵਸਤੂ ਹੈ ਅਤੇ ਚੇਤਨਾ ਨਾ ਕੇਵਲ ਪਦਾਰਥ ਦਾ ਹੀ ਉੱਚਤਮ ਰੂਪ ਹੈ ਸਗੋਂ ਵਸਤੂਗਤ ਪਦਾਰਥਕ ਸਥਿਤੀਆਂ ਹੀ ਕਿਸੇ ਸਮੇਂ ਦੀ ਚੇਤਨਾ ਨੂੰ ਨਿਰਧਾਰਿਤ ਕਰਦੀਆਂ ਹਨ। ਫਰਾਂਸ ਵਿੱਚ ਵਿਸ਼ਵ ਗਿਆਨਵਾਦੀਆਂ ਨੇ ਇਸ ਵਿਚਾਰਧਾਰਾ ਨੂੰ ਆਧਾਰ ਬਣਾਇਆ ਅਤੇ ਕੁਦਰਤ, ਸਮਾਜ ਅਤੇ ਚਿੰਤਨ ਨਾਲ ਸੰਬੰਧਿਤ ਵਰਤਾਰਿਆਂ ਬਾਰੇ ਇਸ ਵਿਧੀ ਰਾਹੀਂ ਗਿਆਨ ਇਕੱਤਰਿਤ ਕਰਨ ਦੇ ਨਾਲ ਨਾਲ ਇਸ ਗੱਲ ਦਾ ਵੀ ਐਲਾਨ ਕੀਤਾ
कि मनुखी समस्यावां का एकमात्र हल ज्ञान का प्रसार है जो विग्यानक तर्क राहीं इकट्ठा किया जा सकता है। पर 19वीं और 20वीं सदी का विश्व इतिहास दसदा है कि ज्ञान अपने आप में मनुखी समस्यावां का हल नहीं कर सकता जदों तक ज्ञान नूं, नॉलेज नूं जथेबंदक अमली शक्ति का रूप दे के समाज के वस्तुगत अंतर विरोधां नूं हल नहीं किया जाता। उदों तक ज्ञान कुदरत, समाज और चेतना के विकास में सहायक सिद्ध नहीं हो सकता। तर्कशीलों और मार्क्सवादियों के मतभेद का मुख आधार यही है। तर्कशीलों अनुसार तर्क या दलील द्वारा प्राप्त किया ज्ञान मनुखी जीवन की हरेक समस्यावां नूं हल कर सकता है, पर मार्क्सवादियों अनुसार ये तब्दीलियां समाज के वस्तुगत नियमां नूं समझ के समाजिक अंतर विरोध नूं जथेबंदक अमल राहीं साकार करने वाली होंद विच आ सकदियां हन। उदाहरण वजों कुदरत का ज्ञान एटमी शक्ति पैदा कर सकता है, पर इसकी मानव पक्षी वरतों उदों तक संभव नहीं जदों तक मनुख दोखी श्रेणियां समाज का अंत नहीं हो जाता। इस तरह मार्क्सवादी ज्ञान और अमल में एक अटुट सांझ स्थापित करते हैं। इस गल नूं वधेरे स्पष्ट करने लई अध्यात्मवाद के खेतर विचों उदाहरण दी जा सकती है। अध्यात्मवादियों अनुसार कुछ अजिहियां प्रासरीरिक शक्तियां होंदियां हन जां गैबी शक्तियां होंदियां हन जिहड़ियां अपने अमलों द्वारा मनुखी भलाई विच वाधा करदियां हन। इन्हां शक्तियां नूं प्रसन्न करन दे नाल मनुखी भलाई दे विच वाधा हो सकता है, पर तर्कशीलों अनुसार अजिहा नहीं हो सकता। ये गलत है क्योंकि प्रासरीरिक शक्तियां होंदियां ही नहीं, पर वो अध्यात्मवाद की बजाय विचारवाद का शिकार हो जाते हैं जदों वो मनुखी भलाई के सवाल नूं मनुख के विचारां नाल जोड़ लेंदे हैं कि जे सारे मनुख दुरुस्त सोच के धारनी होण तो सब का कल्याण संभव है। पर उन्हां दी इस विचारधारा की एक सीमा यह है कि बहुत संख्या तर्क आधारित ज्ञान उदों तक वरत्या जा सकता है जदों तक बाहरमुखी समाजिक परिस्थितियों के अंतर विरोध का अंत नहीं होंदा। 17वीं सदी के महान तर्कशीलां डिस्कार्टेस, स्पाइनोजा, लीबनीज, 18वीं सदी के कांत, फिशे, शेलिंग, हीगल अनुसार तर्कशीलता कुदरती वरतारिਆਂ ਨੂੰ समझने में सहायकता होंदी ही है। ये मनुख के मानसिक वरतारिਆਂ ਨਾਲ भी संबंधित है। इन्हां अनुसार तर्कशीलों को केवल पदार्थक खेतर तक सीमित कर देना इसके कार्य खेतर में सौड़ा करना है, क्योंकि मनुख का मनोरथ सिर्फ जीवना ही नहीं सगों चंगा जीवना भी है। इसलिए ਜਿਹੜੇ ਵਰਤਾਰੇ ਮਨੁੱਖੀ ਜੀਵਨ ਨੂੰ ਚੰਗੇਰਾ, ਸੌਖਾ ਅਤੇ ਸੁੰਦਰ ਬਣਾਉਂਦੇ ਹਨ ਉਹ ਵੀ ਤਰਕਸ਼ੀਲਤਾ ਦੇ ਖੇਤਰ ਵਿੱਚ ਆਉਂਦੇ ਹਨ। ਉਦਾਹਰਨ ਲਈ ਮਨੁੱਖ ਅਜਿਹੀਆਂ ਅਣਗਿਣਤ ਵਸਤਾਂ ਤਿਆਰ ਕਰਦਾ ਹੈ ਜਿਹੜੀਆਂ ਉਸਦੇ ਜੀਵਨ ਦੀ ਸੁੰਦਰਤਾ, ਖੁਸ਼ੀ ਅਤੇ ਆਰਾਮ ਵਿੱਚ ਵਾਧਾ ਕਰਦੀਆਂ ਹਨ। ਤਰਕਸ਼ੀਲਤਾ ਇਹਨਾਂ ਵਸਤਾਂ ਦਾ ਵੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਾਲੀਆਂ ਚੀਜ਼ਾਂ ਜਿੰਨਾ ਹੀ ਮੁੱਲ ਪਾਉਂਦੀ ਹੈ। ਅਸਲ ਵਿੱਚ ਵਿਗਿਆਨਕ ਤਰਕਸ਼ੀਲਤਾ उपयोगिता और सुंदरता में बुनियादी विरोध नहीं देखती, सगों दोवां नूं ही मनुखी जीवन लिए जरूरी समझती है। मनुख द्वारा सिरजित कोई भी वस्तु जां वरतारा उदों तक सही है जिथों तक ये समुची मनुख जाति लिए उपयोगी सिद्ध होंदा है और उसके जीवन नूं वधेरे सोझमई बनाउंदा है। मनुखी जीवन विचों वन सबनता कढण नाल मनुख पशु बन के रह जाएगा। मनुख की इस विलक्षण रुचि ने ही सारियां कलावां, नाच, संगीत, बुतराशी, चित्रकारी, ਸਾਹਿਤ, ਇਮਾਰਤਸਾਜੀ ਆਦਿ ਹਾਰ ਸ਼ਿੰਗਾਰ ਦੇ ਅਣਗਿਣਤ ਪ੍ਰਸਾਧਨਾਂ, ਗਹਿਣੇ, ਸੁਗੰਧੀਆਂ, ਰੰਗਾਂ, ਡਿਜ਼ਾਈਨਾਂ, ਨਾਪਾਂ, ਕਟਾਈ, ਸਿਲਾਈ, ਬਣਾਈ ਦੇ ਭਿੰਨ ਭਿੰਨ ਢੰਗਾਂ ਆਦਿ ਅਤੇ ਸਮਾਜਿਕ ਰਿਸ਼ਤਿਆਂ, ਮੋਹ, ਪਿਆਰ, ਆਪਣਤ ਅਤੇ ਉੱਤੇ ਆਧਾਰਿਤ ਸਾਰੇ ਸੰਬੰਧ ਆਦਿ ਨੂੰ ਜਨਮ ਦਿੱਤਾ ਹੈ। ਤਰਕਸ਼ੀਲਤਾ ਇਸ ਵਿਕਾਸ ਨੂੰ ਨਿੰਦਦੀ ਨਹੀਂ ਸਗੋਂ ਸਵੀਕਾਰ ਕਰਦੀ ਹੈ। ਸਾਡੇ ਵਿਅਕਤੀਤਵ ਨੂੰ ਬਣਾਉਣ ਵਿੱਚ ਦੋ ਅਹਿਮ ਤੱਤ ਕੰਮ ਕਰਦੇ ਹਨ। ਪਹਿਲਾ ਮਾਂ ਬਾਪ ਦੇ ਕ੍ਰੋਮੋਸੋਮਸ ਜਿਨ੍ਹਾਂ ਦੀ ਗਿਣਤੀ 23 + 23 46 ਹੁੰਦੀ ਹੈ 46 ਅਤੇ ਸਾਡਾ ਵਾਤਾਵਰਨ ਯਾਨੀ ਮਾਂ ਬਾਪ ਵੱਲੋਂ ਰੋਜ਼ਾਨਾ ਦਿੱਤੀ ਜਾਂਦੀ ਸਿੱਖਿਆ, ਪਾਲਣ ਪੋਸ਼ਣ, ਆਂਢ ਗੁਆਂਢ, ਵਿੱਦਿਆ ਪ੍ਰਣਾਲੀ, ਅਖਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਹੋਰ ਸਮਾਜਿਕ ਵਰਤਾਰਾ। ਇਹ ਸਾਰਾ ਸਮਾਜਿਕ ਵਰਤਾਰਾ ਸਾਡੇ ਰਹਿਣ ਸਹਿਣ, ਬੋਲਣ ਚੱਲਣ, ਖਾਣ ਪੀਣ ਅਤੇ ਵਰਤਾਵ ਆਦਿ ਉੱਤੇ ਅਸਰ ਕਰਦਾ ਹੈ। ਸਾਡੀਆਂ ਮਾਨਸਿਕ, ਧਾਰਮਿਕ ਅਤੇ ਹੋਰ ਰੁਚੀਆਂ ਨੂੰ ਪ੍ਰਭਾਵਿਤ ਕਰਦਾ ਹੈ। ਤਰਕਸ਼ੀਲ ਸੋਚ ਹਰ ਪੱਖ ਨੂੰ ਤਰਕ ਦੇ ਪਲੜੇ ਉੱਤੇ ਦੇਖਦੀ ਹੈ कि मेरा व्यक्तित्व, परसनैलिटी कितों तक प्रभावित, कंडीशनड हो चुकी है। बहुतियां गुंझलां फिर इत्थों ही खुलदियां हैं जो साडियां कदरां कीमतां, वैल्यू सिस्टम उत्ते असर करदियां हैं। बाद विच ये नैतिकता का रूप धारण कर जांदियां हैं, एथिक्स एंड मॉरल्स का। जरूरी नहीं कि मनुख दीयां जाती कदरां कीमतां अते निजी नैतिकता किसी दूसरे नाल मिलदियां होण।
ਤਰਕਸ਼ੀਲ ਸੋਚ ਕਦੇ ਵੀ ਕਿਸੇ ਪੱਖ ਨੂੰ ਪੱਥਰ ਉੱਤੇ ਲੀਕ ਨਹੀਂ ਸਮਝਦੀ। ਉਦਾਹਰਨ ਵਜੋਂ ਕਿਸੇ ਵਿਗਿਆਨੀ ਦਾ ਕੱਢਿਆ ਸਿਧਾਂਤ ਕਿਸੇ ਵੇਲੇ ਵੀ ਬਦਲ ਸਕਦਾ ਹੈ। ਸ਼ਰਤ ਇਹ ਹੈ ਕਿ ਉਸ ਸਿਧਾਂਤ ਨੂੰ ਬਦਲਣ ਲਈ ਸਾਡੇ ਕੋਲ ਕਾਫੀ ਸਬੂਤ ਮੌਜੂਦ ਹੋਣ ਜੋ ਤਰਕਸ਼ੀਲਤਾ ਦੀ ਕਸਵੱਟੀ ਉੱਤੇ ਪੂਰੇ ਉਤਰਦੇ ਹੋਣ। ਤਰਕਸ਼ੀਲ ਸੋਚ ਸਾਡੀ ਧਾਰਮਿਕ ਬਿਰਤੀ, ਸਿਆਸੀ ਵਿਚਾਰਧਾਰਾ, ਸਮਾਜਿਕ ਕਦਰਾਂ ਕੀਮਤਾਂ, ਵਹਿਮਾਂ ਭਰਮਾਂ ਭੁਲੇਖਿਆਂ ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਪੇਸ਼ ਹੁੰਦੇ ਹਨ ਅਤੇ ਮਾਨਸਿਕ ਸੋਚ ਉੱਤੇ ਅਸਰ ਕਰਦੀ ਹੈ। ਤਰਕਸ਼ੀਲ ਸੋਚ ਦਾ ਪੜ੍ਹਾਈ ਲਿਖਾਈ ਅਤੇ ਉਮਰ ਨਾਲ ਵੀ ਕੋਈ ਤਾਲੁਕ ਨਹੀਂ, ਯਾਨੀ ਜ਼ਰੂਰੀ ਨਹੀਂ ਕਿ ਪੜ੍ਹਿਆ ਲਿਖਿਆ ਅਤੇ ਵਡੇਰੀ ਉਮਰ ਵਾਲਾ ਇਨਸਾਨ ਵਿਗਿਆਨਕ ਸੋਚ ਵਾਲਾ ਹੋਵੇਗਾ। ਇਹ ਤਾਂ ਸੀ ਜੀ ਮੇਰਾ ਇਹ ਛੋਟਾ ਜਿਹਾ ਲੇਖ, ਅਤੇ ਮੈਂ ਹੁਣ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇੱਕ ਇਸ ਵਿਸ਼ੇ ਬਾਰੇ ਸੰਵਾਦ ਰਚਾ ਸਕੀਏ ਵੀ ਤਰਕਸ਼ੀਲ ਸੋਚ ਕੀ ਹੁੰਦੀ ਹੈ। ਕੀ ਅਸੀਂ ਆਮ ਵਰਤਾਰੇ ਵਿੱਚ ਤਰਕਸ਼ੀਲ ਹਾਂ? ਜਦੋਂ ਅਸੀਂ ਸਬਜ਼ੀ ਲੈਣ ਵੀ ਜਾਂਦੇ ਹੈਗੇ ਹਾਂ ਉਦੋਂ ਵੀ ਅਸੀਂ ਇਹ ਦੇਖਦੇ ਹਾਂ ਵੀ ਸਬਜ਼ੀ ਦੇਖਣ ਚਾਖਣ ਨੂੰ ਅਤੇ ਕੁਆਲਿਟੀ ਵਾਈਜ਼ ਇੱਕੋ ਜਿਹੀ ਹੈ, ਪਰ ਇੱਕ ਦੁਕਾਨਦਾਰ ਜਿਹੜਾ ਹੈਗਾ ਉਹ 50 ਪੈਸੇ ਜ਼ਿਆਦਾ ਲਾ ਰਿਹਾ ਹੈਗਾ ਇੱਕ ਚੀਜ਼ ਦੇ, ਜਾਂ 1 ਪਾਉਂਡ ਜ਼ਿਆਦਾ ਲਾ ਰਿਹਾ, ਅਤੇ ਦੂਸਰਾ ਦੁਕਾਨਦਾਰ ਜਿਹੜਾ ਹੈਗਾ ਉਹ 1 ਪਾਉਂਡ ਯਾਨੀ ਕਿ ਜਾਂ 50 ਪੈਸੇ ਘੱਟ ਯਾਨੀ ਕਿ ਲਾ ਰਿਹਾ ਹੈ, ਪਰ ਕੁਆਲਿਟੀ ਵਾਈਜ਼ ਦੋਨੋਂ ਚੀਜ਼ਾਂ ਠੀਕ ਹੈਗੀਆਂ, ਅਤੇ ਅਸੀਂ ਉੱਥੋਂ ਚੀਜ਼ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਕੁਆਲਿਟੀ ਵਾਈਜ਼ ਠੀਕ ਹੋਣ ਅਤੇ ਜਿਹੜੀ ਘੱਟ ਪ੍ਰਾਈਸ ਦੀ ਹੋਵੇ। ਇਸੇ ਤਰ੍ਹਾਂ ਹੀ ਅਸੀਂ ਬਾਕੀ ਚੀਜ਼ਾਂ ਦਾ ਵੀ ਜਿਹੜਾ ਹੈਗਾ ਕੰਪੈਰੀਜ਼ਨ ਕਰਦੇ ਹਾਂ, ਉਹਨਾਂ ਦੀ ਕੁਆਲਿਟੀ ਚੈੱਕ ਕਰਦੇ ਹਾਂ। ਉਹ ਅਸੀਂ ਉਸ ਟਾਈਮ 'ਤੇ ਅਸੀਂ ਤਰਕਸ਼ੀਲਤਾ ਯੂਜ਼ ਕਰਦੇ ਹੈਗੇ ਹਾਂ। ਜਾਂ ਜਦੋਂ ਕਿਸੇ ਦੀ ਜੱਜ ਯਾਨੀ ਕਿਹੜਾ ਹੈਗਾ ਜਦੋਂ ਕਿਸੇ ਦਾ ਫੈਸਲਾ ਕਰਦਾ ਹੈਗਾ ਉਦੋਂ ਵੀ ਇਹ ਦੇਖਦਾ ਵੀ ਇਹਦੇ ਪੱਖ ਵਿੱਚ ਸਬੂਤ ਕਿੰਨੇ ਹੈਗੇ ਆ ਅਤੇ ਇਹਦੇ ਅਗੇਂਸਟ ਜਿਹੜੇ ਹੈਗੇ ਆ ਉਹ ਕਿੰਨੇ ਸਬੂਤ ਹੈਗੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲ ਰਹੇ ਜੀ? ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਤਰਕਸ਼ੀਲਤਾ ਬਾਰੇ, ਰੈਸ਼ਨਲਿਜ਼ਮ ਬਾਰੇ? ਦੇਖੋ, ਜਿਹੜੀ ਤਰਕਸ਼ੀਲਤਾ ਜਿੱਦਾਂ ਵਿਸ਼ਾ ਤੁਸੀਂ ਰੱਖਿਆ ਹੈਗਾ ਵੀ ਕਿਉਂ ਜ਼ਰੂਰੀ ਆ, ਹਾਂ ਇਹ ਹੈ ਹੀ ਬਹੁਤ ਜ਼ਰੂਰੀ। ਹਾਂਜੀ। ਪਰ ਬੜੀ ਤਾਂ ਗੱਲ ਆ ਵੀ ਕੋਈ ਵੀ ਇਨਸਾਨ ਜਿੱਥੇ ਪੈਦਾ ਹੁੰਦਾ ਉਹ ਜਿਉਂ-ਜਿਉਂ ਗਿਆਨ ਉਹਨੂੰ ਮਿਲਦਾ ਜਿਹੜਾ, ਕਿਉਂਕਿ ਇਹ ਜਿਹੜਾ ਇਸ ਤਰ੍ਹਾਂ ਦਾ ਵੀ ਜੋ ਹੁਣ ਘਰ ਦੇ ਕਰਦੇ ਆ, ਗੁਆਂਢ ਜੋ ਕੁਛ ਕਰਦਾ ਉਹੀ ਉਹਦੇ ਪੱਲੇ ਪੈਂਦਾ। ਹਾਂਜੀ ਹਾਂਜੀ। ਪਰ ਜਿਉਂ-ਜਿਉਂ ਫਿਰ ਗਾਂਹ ਮਤਲਬ ਜੇ ਤੁਸੀਂ ਕਿੰਤੂ ਪਰੰਤੂ ਨਹੀਂ ਕਰਦੇ ਤਾਂ ਤੁਹਾਡੇ ਵਿਚਾਰ ਨਹੀਂ ਬਦਲ ਸਕਦੇ, ਫਿਰ ਤਾਂ ਉੱਥੇ ਹੀ ਰਹਿੰਦੇ ਆ। ਹਾਂਜੀ ਹਾਂਜੀ। ਔਰ ਫਿਰ ਬੜੀ ਤਾਂ ਗੱਲ ਆ ਜਾਣੀ ਜਿਹੜੀ ਤਰਕਸ਼ੀਲਤਾ, ਕਿਉਂਕਿ ਇਹ ਹੈਗੀ ਆ ਵੀ ਕਿਸੇ ਵੀ ਵਿਚਾਰ ਨੂੰ ਐਵੇਂ ਨਹੀਂ ਅਪਣਾਉਣਾ, ਕਿਉਂਕਿ ਉਹਨੂੰ ਤਰਕ ਦੀ ਕਸੌਟੀ ਤੇ ਪਰਖ ਕੇ ਅਪਣਾਉਣਾ। ਪਰ ਇਹ ਕੰਮ ਤਾਂ ਕਾਫੀ ਔਖਾ ਆ, ਕਿਉਂਕਿ ਲੋਕ ਤਾਂ ਉਹ ਐਵੇਂ ਜਾਨੀ ਸੁਣੀ ਸੁਣਾਈ ਗੱਲ ਤੇ ਬਈ ਜੀ ਇਹ ਬਹੁਤ ਦੇਰ ਦੇ ਲੋਕ ਅਪਣਾਉਂਦੇ ਆ ਔਰ ਬਹੁਤੇ ਲੋਕ ਏਦਾਂ ਕਰਦੇ ਆ, ਇਸ ਚੀਜ਼ ਨੂੰ ਅਪਣਾ ਲੈਂਦੇ ਆ। ਹਾਂਜੀ ਹਾਂਜੀ। ਕਿਉਂਕਿ ਹੁਣ ਭਾਰਤ ਦੇ ਵਿੱਚ ਜਿਹੜੇ ਬੁੱਧ ਦੀ ਵਿਚਾਰਧਾਰਾ ਉਹ ਸਾਰੀ ਤਰਕਸ਼ੀਲਤਾ ਤੇ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਕਿਉਂਕਿ ਤੁਸੀਂ ਦੇਖੋ ਵੀ ਜਿਸ ਵੇਲੇ ਉਹ ਮਤਲਬ ਉਹਨਾਂ ਨੂੰ ਮਤਲਬ ਪਤਾ ਲੱਗਾ ਵੀ ਸਮਾਜ ਕਿਸ ਤਰ੍ਹਾਂ ਦਾ ਆ, ਉਹਨੇ ਉਹ ਤੋਂ ਹੀ ਕਿੰਤੂ ਪਰੰਤੂ ਕੀਤਾ। ਬਿਲਕੁਲ ਬਿਲਕੁਲ। ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਤੁਸੀਂ ਇਸ ਵਰਨ 'ਚ ਪੈਦਾ ਹੋਏ ਆ, ਇਹਨੂੰ ਵੀ ਉਹਨੇ ਰੱਦ ਕੀਤਾ। ਉਹਨੇ ਕਿਹਾ ਵੀ ਜਾਨੀ ਜਨਮ ਦੇ ਤੌਰ ਤੇ ਸਾਰੇ ਬਰਾਬਰ ਆ, ਫੇਰ ਆ ਜਿਹੜਾ ਵਰਨ ਆ ਇਹਨੂੰ ਆਹੀ ਅਧਿਕਾਰ ਆ, ਇਹਨੂੰ ਵੀ ਉਹਨੇ ਰੱਦ ਕੀਤਾ। ਫਿਰ ਬਾਅਦ ਦੇ ਵਿੱਚ ਉਹ ਜਿੰਨੇ ਵੀ ਉਸ ਵੇਲੇ ਦੇ ਵਿਚਾਰਵਾਨ ਸੀ ਉਹ ਜੋ ਕੁਝ ਮਤਲਬ ਉਹਨਾਂ ਨੂੰ ਕਹਿੰਦੇ ਰਹੇ ਆ ਉਹ ਤਰਕ ਦੇ ਹਿਸਾਬ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਰਹੇ ਆ। ਫਿਰ ਇਹ ਵੀ ਕਿਹਾ ਗਿਆ ਵੀ ਜਿਹੜਾ ਅਗਲਾ ਜਨਮ ਮਿਲਣਾ, ਸਵਰਗ ਮਿਲਣਾ, ਵਰਤ ਰੱਖੋ, ਆਹ ਕਰੋ, ਇਹ ਉਹਦੀ ਤਰਕ ਦੇ ਆਧਾਰ ਤੇ ਛੱਡ ਦਿੱਤੇ ਜਾਣੇ। ਕਿਉਂਕਿ ਜਿਉਂ-ਜਿਉਂ ਉਹਨਾਂ ਦੇ ਤਰਕਸ਼ੀਲ ਅੱਗੇ ਵੱਧਦੀ ਗਈ ਤਾਂ ਉਹ ਚੱਲਦੇ ਰਹੇਗਾ। ਪਰ ਹੁਣ ਬੜੀ ਤਾਂ ਗੱਲ ਆ ਵੀ ਜਾਨੀ ਜਦੋਂ ਗਾਂ ਦੀ ਗਾਂ ਚੱਲਦੇ ਰਹੇ ਵੀ ਜਿਹਨੂੰ ਗਿਆਨ ਕਹਿੰਦੇ, ਗਿਆਨ ਪ੍ਰਾਪਤੀ, ਉਹ ਗਿਆਨ ਪ੍ਰਾਪਤੀ ਇਹੀ ਆ। ਹਾਂਜੀ ਹਾਂਜੀ ਹਾਂਜੀ। ਵੀ ਤੁਸੀਂ ਉਹ ਜਿਹੜੀਆਂ ਚੀਜ਼ਾਂ ਨੂੰ ਛੱਡ ਦੇਣਾ ਜਿਹਦਾ ਆਪਣੇ ਨਾਲ ਕੋਈ ਕਲਿਆਣ ਹੀ ਨਹੀਂ ਹੋਣਾ। ਤੇ ਦੇਖੋ ਵੀ ਕਿੰਨਾ ਕੁਛ ਭਾਰਤ ਦੇ ਵਿੱਚ ਕਿਹਾ ਜਾਂਦਾ, ਤੁਸੀਂ ਆਹ ਕਰੋ, ਤੁਸੀਂ ਆਹ ਕਰੋ, ਤੇ ਤੁਸੀਂ ਨਰਕ ਜਾਣਾ, ਸਵਰਗ ਜਾਣਾ, ਅਗਲਾ ਜਨਮ, ਪਿਛਲਾ ਜਨਮ, ਕਿੰਨਾ ਤੁਸੀਂ ਦੇਖੋ ਖੜਾ ਕੀਤਾ ਹੈ। ਜਿਹੜਾ ਵੀ ਕਿਸਮਤ ਤੁਹਾਡੀ ਏਦਾਂ ਹੈ, ਉਹ ਦੱਸਿਆ ਜਾਂਦਾ ਹੈ। ਕਿਉਂਕਿ ਜਿਹੜੇ ਕਿਸੇ ਵੀ ਦੇਸ਼ ਦਾ ਜਾਨੀ ਜਿਹੜਾ ਅੱਗੇ ਵਧਣਾ ਉਹ ਤਰਕਸ਼ੀਲ ਵਿਚਾਰਧਾਰਾ ਹੀ ਕਰਕੇ ਹੈ। ਇਹਦੇ ਨਾਲ ਆਪਣਾ ਚੌਹਾਨ ਸਾਹਿਬ ਜਿਹੜਾ ਸਾਡਾ ਸਰੀਰਕ ਤੇ ਮਾਨਸਿਕ ਵਿਕਾਸ ਕਿੰਨਾ ਕੁ ਰੁਕਦਾ ਹੈਗਾ ਤੇ ਉਹਦਾ ਕਿੰਨਾ ਕੁ ਸ਼ੋਸ਼ਣ ਹੁੰਦਾ? ਦੇਖੋ ਸਾਰਾ ਕਿਸੇ ਵੀ ਬੰਦੇ ਨੂੰ ਅਗਰ ਉਹਦੀ ਸੋਚ ਹੀ ਉੱਥੇ ਟਿਕੀ ਹੋਈ ਆ
ਫਿਰ ਤਾਂ ਕੁਝ ਹੋਣਾ ਹੀ ਨਹੀਂ। ਔਰ ਤੁਸੀਂ ਦੇਖੋ ਇਸ ਤਰ੍ਹਾਂ ਦਾ ਦੇਖੋ ਮੁਲਕਾਂ ਦੀਆਂ ਗੱਲਾਂ ਲੈ ਲਓ ਵੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਅੰਧ ਵਿਸ਼ਵਾਸ ਇਸ ਕਰਕੇ ਆ ਕਿਉਂਕਿ ਉਹ ਤੁਹਾਨੂੰ ਬਚਪਨ ਤੋਂ ਹੀ ਦੱਸਿਆ ਜਾਂਦਾ ਇਦਾਂ ਦੀਆਂ ਗੱਲਾਂ। ਫਿਰ ਉਹ ਜਿਹੜੇ ਵਿੱਦਿਆ ਦੀ ਬਹੁਤ ਘਾਟ ਆ ਕਿਉਂਕਿ ਇਹਦੇ ਵਿੱਚ ਵਿੱਦਿਆ ਦੀ ਵੀ ਬਹੁਤ ਜ਼ਰੂਰਤ ਹੈ। ਹੁਣ ਦੇਖ ਲਓ ਵੀ ਜਿੱਥੇ ਜਿੱਥੇ ਵੀ ਵਿੱਦਿਆ ਆਈ ਆ ਔਰ ਉਹਦੇ ਨਾਲ ਹੀ ਗਿਆਨ ਵਧਿਆ। ਬਿਲਕੁਲ ਜੀ ਬਿਲਕੁਲ। ਔਰ ਗਿਆਨ ਦੇ ਨਾਲ ਵਿਗਿਆਨ ਆਈ ਹੈ। ਹੁਣ ਦੇਖੋ ਵੀ ਜਿਹੜੇ ਪਹਿਲਾਂ ਜਿੱਥੇ ਗਿਆਨ ਹੀ ਨਹੀਂ ਕੋਈ ਕਾਢ ਨਿਕਲੀ ਉੱਥੇ ਨਹੀਂ ਨਿਕਲੀ। ਉਹ ਫਿਰ ਦੇਖ ਲਓ ਵੀ ਜਿਹੜੇ ਸਰੀਰ ਨੂੰ ਤੰਦਰੁਸਤ ਕਿੱਦਾਂ ਰੱਖਣਾ ਕਿਉਂਕਿ ਇਹ ਵੀ ਇੱਕ ਗਿਆਨ ਆ। ਫਿਰ ਵਿਗਿਆਨ ਦੇ ਮੈਡੀਕਲ ਸਾਇੰਸ ਜਿਹੜੀ ਆ ਦਵਾਈਆਂ ਸਭ ਕੁਛ ਜਿਹੜੇ ਵਿਗਿਆਨੀ ਉਹਨੇ ਕਿੰਨੀ ਖੋਜ ਕੀਤੀ ਹੈ। ਬਿਲਕੁਲ ਕਿਉਂਕਿ ਜੋ ਕੁਝ ਇਹ ਮਤਲਬ ਹੈਗਾ ਇਹ ਤਰਕਸ਼ੀਲਤਾ ਹੀ ਕਰਕੇ ਆ। ਪਰ ਬੜੀ ਤਾਂ ਗੱਲ ਆ ਵੀ ਇਹ ਵੀ ਹੁਣ ਦੇਖੋ ਜਿਹੜਾ ਬੁੱਧ ਨੂੰ ਵੀ ਜਾਣੀ ਉਹਦੀ ਜਿਹੜੀ ਮੌਤ ਤੋਂ ਬਾਅਦ ਉਹਦੀ ਵਿਚਾਰਧਾਰਾ ਦੇ ਵਿੱਚ ਵੀ ਤਰਕਹੀਨਤਾ ਬਾੜ ਦਿੱਤੀ। ਬਿਲਕੁਲ ਬਾੜੀ ਜੀ ਉਹ ਚ ਜਾਣੀ ਕਿ ਲੈਣ ਦਾ ਪੁਜਾਰੀ ਵਰਗ ਨਹੀਂ ਉਹ ਫਿਰ ਦੇਖੋ ਜਿਹੜੇ ਲੋਕ ਉਸ ਦੇ ਵਿਰੁੱਧ ਸੀਗੇ ਉਹਨੇ ਕਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਵਿਗਾੜੋ ਕਿਉਂਕਿ ਜਿਹੜਾ ਡਾਕਟਰ ਅਬਰਾਹਮ ਕਪੂਰ ਜਿਹੜਾ ਭਾਰਤ ਦੇ ਵਿੱਚ ਜਨਰੈਸ਼ਨਲਿਜ਼ਮ ਦਾ ਕੀਤਾ ਹੈਗਾ ਜਾਨੀ ਉਹਨੇ ਇਹਦੇ ਬਾਰੇ ਬਹੁਤ ਰਿਸਰਚ ਕੀਤੀ ਹੈ ਵੀ ਜਿਹੜਾ ਪਹਿਲੀ ਵਿਚਾਰਧਾਰਾ ਕੀ ਸੀ ਉਹ ਬਾਅਦ ਚ ਕਿੱਦਾਂ ਬਣ ਗਈ। ਪਰ ਇਸ ਤੋਂ ਬਿਨਾਂ ਵੀ ਚੌਹਾਨ ਸਾਹਿਬ ਆਪਣੇ ਤਾਂ ਜਿੱਦਾਂ ਬੁੱਧ ਹੋਣੀ ਸੀਗੇ ਉਸ ਤੋਂ ਬਿਨਾਂ ਵੀ ਚਾਰਵਾਕ ਯਾਨੀ ਕਿਹੜਾ ਲਿਟਰੇਚਰ ਹੈਗਾ ਉਹ ਉਦੋਂ ਪਹਿਲਾਂ ਦੀ ਗੱਲ ਆ। ਪਰ ਬੜੀ ਤਾਂ ਗੱਲ ਆ ਵੀ ਉਹ ਜਿਹੜੀ ਇਹ ਵਿਚਾਰਧਾਰਾ ਇਹਦਾ ਪ੍ਰਚਾਰ ਨਹੀਂ ਹੋਇਆ ਇਹ ਦਬਾ ਦਿੱਤੀ ਗਈ ਕਿਉਂਕਿ ਜਿਹੜਾ ਮਤਲਬ ਪ੍ਰੋਹਿਤ ਵਰਗ ਸੀ ਉਹ ਬਹੁਤ ਤਾਕਤਵਰ ਸੀ ਕਿਉਂਕਿ ਭਾਰਤ ਦੇ ਵਿੱਚ ਜਿਹੜੇ ਜਿੰਨੇ ਹੁਣ ਤੁਸੀਂ ਦੇਖੋਗੇ ਇਹ ਸਭ ਤੋਂ ਜ਼ਿਆਦਾ ਅੰਧ ਵਿਸ਼ਵਾਸ ਜਿਹੜਾ ਆ ਔਰ ਉਹ ਅੰਧ ਵਿਸ਼ਵਾਸ ਕਰਕੇ ਭਾਰਤ ਤਰੱਕੀ ਨਹੀਂ ਕਰ ਸਕਿਆ ਕਿਉਂਕਿ ਅੱਜ ਦੇਖੋ ਵੀ ਜਿਹੜੀ ਜਗ੍ਹਾ ਤੇ ਮਤਲਬ ਜਾਦੂ ਟੂਣੇ ਬਾਬੇ ਪ੍ਰਚਾਰ ਕਰਦੇ ਆ ਉਹ ਤਰਕਹੀਨਤਾ ਕਰਕੇ ਹੀ ਹੈ ਤੇ ਸਮਾਜ ਵਿੱਚ ਜਾਨੀ ਕਿ ਜਿਹੜੀ ਅਖੰਡਤਾ ਹੈਗੀ ਆ ਕਮਿਊਨਿਟੀ ਕੋਹੀਜ਼ਨ ਵੀ ਨਹੀਂ ਹੈਗਾ ਇਸੇ ਕਰਕੇ ਹੈ। ਨਹੀਂ ਸਭ ਕੁਛ ਜਿੰਨੀ ਵੀ ਗਿਰਾਵਟ ਹੈ ਇਸ ਕਰਕੇ ਹੈ। ਹੁਣ ਆ ਯੂਰਪ ਦੇ ਤੁਸੀਂ ਦੇਖ ਲਓ ਮੁਲਕ ਨੇ ਨਿੱਕੇ ਮੁਲਕ ਆ ਉਹਨੇ ਉਹ ਕਿੱਥੇ ਪਹੁੰਚ ਗਏ ਵਿਦਿਆ ਕਿੱਥੇ ਪਹੁੰਚ ਗਏ ਉਹਨੇ ਕਿੱਦਾਂ ਦੀਆਂ ਕਾਢਾਂ ਕਰ ਦਿੱਤੀਆਂ। ਪਰ ਉਹ ਹੁਣ ਜਿਹੜਾ ਉਦਾਂ ਹੀ ਕਹੀ ਜਾਣਾ ਜਿਵੇਂ ਸਾਡੇ ਤਾਂ ਪਹਿਲਾਂ ਸਭ ਕੁਛ ਹੀ ਸੀ ਕਿਉਂਕਿ ਜਿਹੜੀ ਵਿਗਿਆਨ ਆ ਇਹ ਬਹੁਤ ਜ਼ਰੂਰੀ ਹੈ। ਫਿਰ ਬੜੀ ਤਾਂ ਗੱਲ ਆ ਵੀ ਤਰਕਸ਼ੀਲਤਾ ਜਿੱਦਾਂ ਤੁਹਾਡੇ ਜਿਹੜਾ ਪ੍ਰੋਗਰਾਮ ਦਾ ਨਾਂ ਆ ਸੋਚ ਦਾ ਸਫ਼ਰ ਇਹਦਾ ਸਾਰਾ ਆਧਾਰ ਹੀ ਤਰਕਸ਼ੀਲਤਾ ਆ। ਬਿਲਕੁਲ ਕਿਉਂਕਿ ਜੇ ਤੁਸੀਂ ਬਿਲਕੁਲ ਹੀ ਵਿਚਾਰ ਵਟਾਂਦਰਾ ਨਹੀਂ ਕਰਨਾ ਫਿਰ ਤਾਂ ਤੁਹਾਡੇ ਵਿਚਾਰ ਪਹਿਲਾਂ ਵਾਲੇ ਰਹਿਣੇ। ਹੁਣ ਮੈਂ ਆਪ ਦੱਸਦਾ ਵੀ ਜਾਣੀ ਮੈਂ ਕਦੇ ਫਿਰ ਆਪ ਜਿਹੜਾ ਇਹਦੇ ਬਾਰੇ ਜਿਹੜਾ ਚਿੰਤਨ ਕਰਦਾ ਵੀ ਜਦ ਮੈਂ ਪਹਿਲਾਂ ਬਚਪਨ ਸੀ ਤਾਂ ਮੈਂ ਖੁਦ ਏਦਾਂ ਦੇ ਅੰਧ ਵਿਸ਼ਵਾਸਾਂ ਨੂੰ ਮੰਨਦਾ ਸੀ। ਬਿਲਕੁਲ ਜਦ ਮੈਨੂੰ ਦੱਸਿਆ ਹੀ ਗਿਆ ਸੀ ਮੈਂ ਮੰਨਣਾ ਹੀ ਸੀ। ਪਰ ਹੁਣ ਉਹ ਦੇਖੋ ਬਾਅਦ ਦੇ ਵਿੱਚ ਉਹ ਬਿਲਕੁਲ ਜਾਣੀ ਕਲੀਅਰ ਹੋ ਗਿਆ। ਉਹ ਜਾਣੀ ਗਿਆਨ ਪ੍ਰਾਪਤ ਕਰਕੇ ਹੋਇਆ ਔਰ ਉਹਦੇ ਵਿੱਚ ਵਿਦਿਆ ਦੀ ਵੀ ਲੋੜ ਸੀ। ਪਰ ਬੜੀ ਤਾਂ ਗੱਲ ਆ ਵੀ ਜਦ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਟੈਕਲ ਕਰਦੇ ਆ ਕਿਉਂਕਿ ਤੁਹਾਨੂੰ ਚੁਣੌਤੀਆਂ ਬਹੁਤ ਆਉਣੀਆਂ। ਯਾਨੀ ਹੁਣ ਤੁਸੀਂ ਦੇਖੋ ਵੀ ਤਰਕਸ਼ੀਲਤਾ ਨੂੰ ਕਿੰਨੀਆਂ ਚੁਣੌਤੀਆਂ ਆਉਣੀਆਂ ਬਹੁਤ ਹੈ। ਹੁਣ ਜੇ ਕੋਈ ਕਹਿੰਦਾ ਜੀ ਵੀ ਮੈਂ ਤਾਂ ਮੇਰੇ ਤਾਂ ਘਰ ਭੂਤ ਆ ਕੋਈ ਕਹਿੰਦਾ ਮੇਰੇ ਤਾਂ ਉਪਰੀ ਸ਼ੈ ਲੱਗੀ ਹੋਈ ਹੈ ਉਹ ਸਾਰਾ ਗਲਤ ਹੈ। ਪਰ ਉਹ ਜਿਸ ਬੰਦੇ ਨੇ ਉਹਨੂੰ ਟੈਕਲ ਕਰਨਾ ਉਹ ਬਹੁਤ ਜਾਣੀ ਉਹਦੀ ਜਿਹੜੀ ਮਾਨਸਿਕਤਾ ਬਹੁਤ ਤਕੜੀ ਚਾਹੀਦੀ ਹੈ। ਬਿਲਕੁਲ ਜੇ ਉਹੀ ਡਰਨ ਵਾਲਾ ਹੋਵੇ ਤਾਂ ਫਿਰ ਤਾਂ ਕੁਝ ਵੀ ਨਹੀਂ ਹੋਣਾ। ਹੁਣ ਇਹ ਦੇਖੋ ਇਹ ਬਹੁਤ ਮਤਲਬ ਇਹ ਤਰਕਸ਼ੀਲਤਾ ਬਹੁਤ ਜ਼ਰੂਰੀ ਆ ਤੇ ਬੜੀ ਤਾਂ ਗੱਲ ਆ ਵੀ ਜਿਹੜਾ ਇਸ ਮਾਰਗ ਤੇ ਚੱਲ ਪਿਆ ਉਹੀ ਸਹੀ ਮਾਰਗ ਆ। ਥੈਂਕ ਯੂ ਚੌਹਾਨ ਸਾਹਿਬ। ਓਕੇ ਜੀ ਜੈ ਭੀਮ ਜੈ ਭਾਰਤੀ ਦਾਸ ਜੀ ਮੇਰੇ ਵੀਰ ਫਕੀਰ ਚੰਦ ਚੌਹਾਨ ਹੁਣੀ ਜਿਨ੍ਹਾਂ ਨੇ ਬਰਮਿੰਘਮ ਤੋਂ ਫੋਨ ਸੀ ਕੀਤਾ। ਤੁਹਾਡੇ ਕੀ ਵਿਚਾਰ ਹੈਗੇ ਆ ਤਰਕਸ਼ੀਲ ਸੋਚ ਕੀ ਹੈ? ਤਰਕਸ਼ੀਲ ਸੋਚ ਜਿਹੜੀ ਆ ਸਾਡੀ ਮਾਨਸਿਕ ਸਿਹਤ ਲਈ ਕਿਉਂ ਜ਼ਰੂਰੀ ਹੈ? ਤਰਕਸ਼ੀਲ ਸੋਚ ਸਾਡੀ ਸਮਾਜ ਲਈ ਕਿਉਂ ਜ਼ਰੂਰੀ ਹੈਗੀ ਆ? ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲ ਰਹੇ ਜੀ? ਹੈਲੋ ਜੀ ਡਾਕਟਰ ਸਾਹਿਬ ਮੈਂ ਤਰਲੋਕ ਸਿੰਘ ਬੋਲਦਾ ਜੀ ਮਿਸਟਰ ਤੋਂ। ਤਰਲੋਕ ਸਿੰਘ ਜੀ ਕੀ ਕਹਿਣਾ ਚਾਹੋਗੇ ਤਰਕਸ਼ੀਲਤਾ ਬਾਰੇ? ਵੈਸੇ ਤਾਂ ਭਾਈ ਸਾਹਿਬ ਜੀ ਆਪਣੇ ਪਿਛਲੇ ਕਾਲਰ ਕਹਿ ਕੇ ਗਏ ਨੇ ਇੰਨਾ ਕੁਛ ਕਵਰ ਕਰ ਲਿਆ ਕਿ ਕੋਈ ਕਹਿਣ ਦੀ ਗੁੰਜਾਇਸ਼ ਨਹੀਂ ਹੈਗੀ ਮੇਰੇ ਕੋਲ। ਪਰ ਫਿਰ ਵੀ ਜਦ ਤਰਕਸ਼ੀਲ ਦੇ ਉੱਤੇ ਗੱਲ ਜੇ ਆਪਾਂ ਕਰੀਏ ਤਾਂ ਪਰ ਅਫਸੋਸ ਦੀ ਗੱਲ ਇਹ ਆ ਕਿ ਇੰਨਾ ਕੁਛ ਅੱਜ ਕੱਲ੍ਹ ਐਡਵਾਂਸ ਚੀਜ਼ਾਂ ਬਣੀਆਂ ਇੱਦਾਂ ਦੇ ਵਿਕਸਿਤ ਦੇਸ਼ਾਂ ਵਿੱਚ ਆ ਕੇ ਵੀ ਲੋਕਾਂ ਨੂੰ ਜਿਹੜਾ ਨਾ ਪਖੰਡਾਂ ਨੇ ਨਹੀਂ ਛੱਡਿਆ ਹੈਗਾ।
ਕੋਈ ਬਾਬਾ ਕਹਿੰਦਾ ਆਹ ਕਰ ਦਿਓ, ਕੋਈ ਬਾਬਾ ਕਹਿੰਦਾ ਦਾਲ ਚਾੜ ਦਿਓ, ਕੋਈ ਬਾਬਾ ਕਹਿੰਦਾ ਲੱਡੂ ਖਾ ਕੇ ਆਹ ਹੋ ਜਾਂਦਾ। ਆ 2 ਹਫ਼ਤਿਆਂ ਦਾ ਇੱਥੇ ਮੀਂਹ ਨਹੀਂ ਪਿਆ, ਬਾਬਿਆਂ ਨੇ ਮੀਂਹ ਤਾਂ ਪਵਾ ਨਹੀਂ ਦਿੱਤਾ। ਜੇ ਬਾਬਾ ਜਿੰਨੀ ਸ਼ਕਤੀ ਆ ਜਾਂ ਇਦਾਂ ਦੀ ਗੱਲ ਤਾਂ ਇਹ ਬਾਬੇ ਮੀਂਹ ਪਵਾ ਦਿੰਦੇ ਇੱਥੇ। ਬਾਕੀ ਬਾਬਿਆਂ ਨੇ ਤਾਂ ਆਪਣੇ ਪ੍ਰਾਈਵੇਟ ਡਾਕਟਰ ਰੱਖੇ ਹੋਏ ਆ, ਪ੍ਰਾਈਵੇਟ ਨਿਆਣੇ ਸਕੂਲੇ ਪੜ੍ਹਦੇ ਆ ਇਹਨਾਂ ਦੇ। ਤਕਸੀਲ ਦੇ ਜਿਹੜੀ ਜਦੋਂ ਵੀ ਕਿਸੇ ਮੁਲਕ ਨੇ ਤਰੱਕੀ ਕੀਤੀ ਆ ਉਹਨੇ ਸਾਇੰਸ ਦੇ ਆਧਾਰ ਤੇ ਤਰੱਕੀ ਕੀਤੀ ਆ। ਕੋਈ ਐਸਾ ਮੁਲਕ ਨਹੀਂ ਹੈਗਾ ਦੁਨੀਆ ਦੇ ਵਿੱਚ ਜਾਂ ਕੋਈ ਬੰਦਾ ਐਸਾ ਇਹ ਕਹੇ ਕਿ ਮੈਂ ਸਿਰਫ ਤੇ ਸਿਰਫ ਵਹਿਮਾਂ ਭਰਮਾਂ ਦੇ ਵਿੱਚ ਕਰਕੇ ਤੇ ਮੈਂ ਤਰੱਕੀ ਕੀਤੀ ਆ। ਉਹਨੇ ਦਿਹਾੜੀਆਂ ਲਾਈਆਂ, ਉਹਨੇ ਕੰਮ ਕਾਰ ਕੀਤਾ, ਉਹਨੇ ਮਿਹਨਤਾਂ ਕੀਤੀਆਂ, ਉਹ ਕਾਮਯਾਬ ਹੋਏ। ਇਹ 'ਚ ਕੋਈ ਸ਼ੱਕ ਨਹੀਂ ਕਿ ਮੈਂ ਇਸ ਚੀਜ਼ ਤੋਂ ਡਰਾਈ ਨਹੀਂ ਕਰਦਾ ਕਿ ਰੱਬ ਨਹੀਂ ਹੈਗਾ। ਮੈਂ ਰੱਬ ਤੇ ਵਿਸ਼ਵਾਸ ਕਰਦਾ ਵੀ ਰੱਬ ਕੋਈ ਹੈ, ਪਰ ਰੱਬ ਇਸ ਜਗ੍ਹਾ ਦੇ ਉੱਤੇ ਹੈਗਾ ਇਹਨੂੰ ਵਿਸ਼ਵਾਸ ਨਹੀਂ ਕਰਦਾ ਕਿ ਇੱਥੇ ਰੱਬ ਬੈਠਾ ਨਹੀਂ। ਇੱਕ ਸ਼ਕਤੀ ਕੰਮ ਕਰ ਰਹੀ ਦੁਨੀਆ ਉੱਤੇ, ਉਹ ਰੱਬ ਵੀ ਕਹਿ ਸਕਦੇ ਆ। ਤੁਸੀਂ ਉਹਨੂੰ ਜੋ ਮਰਜ਼ੀ ਕਹਿ ਲਓ। ਬਿਲਕੁਲ ਆਪਣੀ ਕਿਸਮਤ ਤੇ ਵਿਸ਼ਵਾਸ ਕਰੀ ਜਾਣਾ, ਸਿਰਫ ਕਿਸਮਤ ਦੇ ਉੱਤੇ ਹੀ, ਡੱਕਾ ਤੋੜਨਾ ਨਹੀਂ, ਕੰਮ ਨਹੀਂ ਕਰਨਾ। ਹਾਂ ਮੈਂ ਕਿਸਮਤ ਤੇ ਵਿਸ਼ਵਾਸ ਕਰਦਾ, ਪਰ ਕੁਛ ਆਪ ਵੀ ਕਰੋ ਨਾ ਤੁਸੀਂ। ਜੇ ਕੁਛ ਆਪ ਹੀ ਨਹੀਂ ਕਰਨਾ ਤਾਂ ਸਭ ਕੁਛ ਰੱਬ ਤੇ ਛੱਡ ਦੇਣਾ। ਜਾਂ ਬਾਬਿਆਂ ਨੇ ਕੇ ਲੱਡੂ ਖਾ ਲਿਆ, ਕਿਸੇ ਤੋਂ ਪ੍ਰਸ਼ਾਦ ਲੈ ਲਿਆ, ਕਿਸੇ ਤੋਂ ਕੁਛ ਲੈ ਲਿਆ। ਬਾਬਿਆਂ ਨੇ ਆਪ ਤਾਂ ਹੁਣ ਕੰਮ ਕਾਰ ਨਹੀਂ ਕਰਿਆ ਚੱਲਦਾ, ਤੇ ਉਹ ਫੋਨ ਲਾਪਾਂ ਦੇ ਕਰਨ ਟੀਵੀ ਦੇ ਬਾਬਿਆਂ ਨੂੰ। ਬਾਬਾ ਕਹਿੰਦਾ ਆਹ ਕਰ, ਬਾਬਾ ਕਹਿੰਦਾ ਨੱਕ 'ਚ ਆਪਣੇ ਨੱਕ 'ਚ ਬਾਲੀ ਪਾ ਲਾ, ਕੋਈ ਕਹਿੰਦਾ ਕੋਕਾ ਪਾ ਲਾ ਜੀ, ਕੋਈ ਕਹਿੰਦਾ ਜੀ ਏਦਾਂ ਕਰਦੇ, ਕੋਈ ਕਹਿੰਦਾ ਜੀ ਕਾਲੇ ਕੁੱਤੇ ਨੂੰ ਖਾਣਾ ਖਾ ਦੇ। ਉਹਨਾਂ ਕੀ ਬਣਨਾ ਹੈਗਾ। ਬਹੁਤ ਮਿਹਰਬਾਨੀ ਮੇਰੇ ਵੀਰ। ਕੀਤੀ ਭਾਈ ਸਾਹਿਬ ਨੇ ਵਰਤ ਦੀ ਗੱਲ ਕੀਤੀ ਆ ਕਿ ਔਰਤ ਵਰਤ ਰੱਖਦੀ ਆਪਣੇ ਆਦਮੀ ਵਾਸਤੇ। ਇਹਦਾ ਮਤਲਬ ਕਿ ਆਦਮੀ ਨੂੰ ਔਰਤ ਦੀ ਜ਼ਰੂਰਤ ਨਹੀਂ ਹੈਗੀ। ਫਿਰ ਆਦਮੀ ਕਿਉਂ ਨਹੀਂ ਰੱਖਦਾ ਫਿਰ? ਬਿਲਕੁਲ ਬਿਲਕੁਲ ਓਕੇ ਜੀ। ਤਾਂ ਔਰਤ ਦੀ ਵੀ ਲੋੜ ਹੈ ਨਾ ਆਪਾਂ ਨੂੰ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਇਹ ਸਭ ਲੋਕਾਂ ਨੂੰ ਐਵੇਂ ਭੰਬਾ ਭੁੱਸੇ ਪਾਇਆ ਆ। ਜਿਹੜੇ ਧਰਮ ਦੇ ਠੇਕੇਦਾਰ ਆ ਇਹ ਚਾਹੁੰਦੇ ਨਹੀਂ ਹੈਗੇ, ਲੋਕ ਇਹ ਨਹੀਂ ਚਾਹੁੰਦੇ ਹੈਗੇ ਕਿ ਲੋਕਾਂ 'ਚ ਅਗਿਆਨ, ਲੋਕਾਂ 'ਚ ਆਪਣੇ ਨੌਲੇਜ ਆਵੇ। ਲੋਕੀ ਅਗਿਆਨਤਾ ਹੀ ਵਜ੍ਹਾ ਇਹਨਾਂ ਵਿੱਚ, ਤਾਂ ਕਿ ਇਹ ਸਾਡਾ ਜਿਹੜਾ ਦੁਕਾਨ ਚੱਲਦੀ ਹੈ ਇਹ ਚੱਲੀ ਜਾਵੇ। ਜਾਂ ਬਾਬੇ ਵੀ ਏਦਾਂ ਦਾ ਹੀ ਆ। ਹੈਰਾਨੀ ਤਾਂ ਵਿੱਚ ਚਲੋ ਮੰਨਦੇ ਕਿ ਅਸੀਂ ਕੁਛ ਅਨਪੜ੍ਹਤਾ ਹੈਗੀ ਆ, ਪਰ ਇਹਨਾਂ ਮੁਲਕਾਂ 'ਚ ਆ ਕੇ ਵੀ ਲੋਕ ਆਪਣੇ ਹਟਦੇ ਨੇਗੇ। ਉਹ ਐਵੇਂ ਜਾਦੂ ਟੂਣੇ ਕਰੀ ਜਾਂਦੇ ਆ। ਬਹੁਤ ਕੁਛ ਸਾਲਾਂ ਦੀ ਗੱਲ ਆ। ਮੈਂ ਸਵੇਰ ਨੂੰ ਵਾਕ ਕਰਨ ਗਿਆ ਤੇ ਉੱਥੇ ਰਾਹ ਦੇ ਵਿੱਚ ਲੈਟਾਂ ਦੇ ਉੱਤੇ ਕਿਸੇ ਨੇ ਦਾਲ ਤੇ ਹਲਦੀ ਤੇ ਉੱਤੇ ਕੱਪੜਾ ਲਾਲ ਬਣ ਕੇ ਰੱਖਿਆ। ਉਹ ਇੱਥੇ ਮੁਲਕ ਵੀ ਇਹ ਆ ਕੇ ਮੰਨਦੇ ਆ। ਮੁਲਕ ਦੀ ਤਰੱਕੀ ਤਰਕ ਤੋਂ, ਤਰਕਸ਼ੀਲ ਤੋਂ ਬਗੈਰ ਨਹੀਂ ਹੋ ਸਕਦੀ। ਹਰ ਆਪਾਂ ਕੋਈ ਕੰਮ ਕਰਦੇ ਹਾਂ ਉਹਦੇ ਉੱਤੇ ਸਾਨੂੰ ਕੋਈ ਨਾ ਕੋਈ ਤਾਂ ਤਰਕ ਦੇਣਾ ਪੈਣਾ ਕਿ ਆਹ ਮੈਂ ਕੰਮ ਏਦਾਂ ਕਰ ਰਿਹਾ, ਦਵਾਈ ਖਾ ਰਹੇ ਹਾਂ, ਡਾਕਟਰ ਬੜੇ ਅੱਛੇ ਆ। ਫਿਰ ਵੀ ਹੁਣ ਕੀ ਕਹਿ ਸਕਦੇ ਨਾ, ਲੋਕ ਏਦਾਂ ਕਰਦੇ ਆ। ਬਾਕੀ ਮੈਂ ਬਹੁਤਾ ਤੇ ਇਹਨਾਂ ਗੱਲਾਂ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਭਾਈ ਸਾਹਿਬ ਬਹੁਤ ਕਵਰ ਕਰ ਗਏ। ਠੀਕ ਹੈ ਮੇਰੇ ਵੀਰ, ਬਹੁਤ ਬਹੁਤ ਮਿਹਰਬਾਨੀ ਮਠਾਰੂ ਸਾਹਿਬ। ਥੈਂਕ ਯੂ ਜੀ ਡਾਕਟਰ। ਥੈਂਕ ਯੂ ਤਰਲੋਕ ਸਿੰਘ ਮਠਾਰੂ ਹੋਣੀ ਲੈਸਟਰ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਤਰਕਸ਼ੀਲਤਾ ਜਿਹੜੀ ਹੈਗੀ ਆ ਕਿਉਂ, ਕਿੱਥੇ, ਕਿੱਦਾਂ ਕੁਐਸਚਨ ਕਰਨ ਲਈ ਤੁਹਾਨੂੰ ਉਕਸਾਉਂਦੀ ਹੈ। ਅਤੇ ਉਹਨਾਂ ਲੋਕਾਂ ਨੇ ਜਿਹੜੀ ਹੈਗੀ ਆ ਨਵੇਂ ਦਿਸ਼ਾ ਦੇ ਨਵੇਂ ਰਾਹ ਪੈਦਾ ਕੀਤੇ ਹੈ, ਜਿਨ੍ਹਾਂ ਨੇ ਕੁਐਸਚਨ ਕੀਤੀ ਹੈ ਕਿ ਸਾਡੇ ਸਮਾਜ ਵਿੱਚ ਇਹ ਅਸੀਂ ਤਰਕਸ਼ੀਲਤਾ ਨੂੰ बढ़ावा दिने। आज सेकंड लैब तू अपने बाप ने पूछा किदा। हेलो जी, कौन थे जी, कित्थों बोल रहे हैं जी? मैं तरचंद मेहर बोल रहा जी बरिंगम तो। मेहर साहब की कहना चाहोगे तरकशीलता बारे? तरकशील दा मतलब हैगा सच ते परतख। हाँ जी, हाँ जी। ਅਸੀਂ ਜਿਹੜੇ ਸਾਡੀਆਂ ਧਾਰਮਿਕ ਪਰੰਪਰਾਵਾਂ ਹੈਗੀਆਂ ਉਹਦੇ ਵਿੱਚ ਵੀ ਕਿਹਾ ਜਾਂਦਾ ਵੀ ਸੱਚ ਬੋਲੋ ਤੇ ਸੱਚ ਤੇ ਖੜੋ। ਹਾਂ। ਲੇਕਿਨ ਦੇਖਣਾ ਇਹ ਹੈ ਕਿ ਕਿੰਨੇ ਪਰਸੈਂਟ ਸੱਚ ਬੋਲਦੇ ਤੇ ਕਿੰਨੇ ਪਰਸੈਂਟ ਸੱਚ ਤੇ ਖੜਦੇ ਆ। ਇੱਕ ਪਹਿਲੇ ਵੀਰ ਨੇ ਇੱਕ ਲਫ਼ਜ਼ ਵਰਤਿਆ ਭੰਬਲ ਭੂਸਾ। ਸੱਚ ਦੀ ਗੱਲ ਕੋਈ ਨਹੀਂ ਕਰਦਾ, ਭੰਬਲ ਭੂਸੇ ਵਿੱਚ ਪੈ ਹੋਏ ਤਾਂ ਪਾਈ ਜਾਂਦੇ ਲੋਕਾਂ ਨੂੰ। ਤੁਸੀਂ ਵੀ ਦੇਖੇ ਹੋਣ, ਮੈਂ ਵੀ ਦੇਖਿਆ ਕਿ ਬਹੁਤ ਸਾਰੇ ਜਿਹੜੇ ਮਾਪੇ ਆ ਜਦੋਂ ਬੱਚਿਆਂ ਦੇ ਇਮਤਿਹਾਨ ਹੋਣੇ ਹੁੰਦੇ ਆ ਉਹਨੂੰ ਸਲਾਹ ਦਿੰਦੇ ਵੀ ਜਾਂਦੇ ਹੋਏ ਫਲਾਣੇ ਥਾਂ ਤੇ ਮੱਥਾ ਟੇਕ ਕੇ ਆਓ, ਤੁਹਾਡਾ ਇਮਤਿਹਾਨ ਆ। ਵੀ ਜਿਹੜਾ ਇਮਤਿਹਾਨ ਆ ਉਹ ਜਿਹੜੇ ਹੈਗੀ ਐਜੂਕੇਸ਼ਨ ਬੋਰਡ ਉਹਨੇ ਹੀ ਲੈਣਾ ਤਾਂ ਟੀਚਰਾਂ ਨੇ ਉਹ ਪੇਪਰ ਦੇਣੇ ਤਾਂ ਉਹਨੇ ਮਾਰਕ ਦੇਖਣੇ ਆ। ਜਿੱਥੇ ਉਹ ਮੱਥਾ ਟੇਕਣ ਨੂੰ ਕਹਿੰਦੇ ਨਾ ਉਹ ਆਪ ਸਕੂਲ ਗਿਆ ਨਾ ਉਹਨਾਂ ਦੇ ਅੱਗਾ ਪਿੱਛਾ ਗਿਆ। ਇਹ ਸਰ ਜਿਹੜੀਆਂ ਸਾਡੀਆਂ ਪਿਛਲੀਆਂ ਚੰਗੀਆਂ ਮਾੜੀਆਂ ਰੋਹ ਰੀਤਾਂ ਹੈਗੀਆਂ ਅਸੀਂ ਉਹਨਾਂ ਨੂੰ ਛੱਡ ਨਹੀਂ ਰਹੇ। ਇਹ ਕਿਉਂਕਿ ਜਿੰਨਾ ਚਿਰ ਅਸੀਂ ਸੱਚ ਤੇ ਨਹੀਂ ਖੜਦੇ
ਜਿਹੜੀ ਤਰਕ ਦੀ ਗੱਲ ਕਰਨੀ ਆ ਉਹ ਸੱਚ ਦੀ ਗੱਲ ਆ, ਕਿਉਂਕਿ ਜਦੋਂ ਬੰਦਾ ਸੱਚ ਦੀ ਗੱਲ ਕਰਦਾ ਉਹ ਗੱਲ ਜਿਹੜੀ ਹੈ ਪਰਤੱਖ ਕੀਤੀ ਹੋਈ ਗੱਲ ਆ। ਬੰਦਾ ਸੋਚ ਕੇ ਗੱਲ ਕਰਦਾ ਕਿ ਮੈਂ ਆਹ ਚੀਜ਼ ਨਹੀਂ ਕਰਨੀ, ਕਿਉਂ ਨਹੀਂ ਕਰਨੀ। ਸਾਡੇ ਲੋਕਾਂ ਦੇ ਵਿੱਚ ਜਿਹੜਾ ਕਿਉਂ ਲਫ਼ਜ਼ ਉਹ ਹੈ ਨਹੀਂ। ਚਾਹੀਦਾ ਇਹ ਹੈ ਕਿ ਕੋਈ ਵੀ ਤੁਸੀਂ ਕੰਮ ਕਰਦੇ ਆ, ਬੇਸ਼ੱਕ ਤੁਹਾਨੂੰ ਕਿਸੇ ਬੰਦੇ ਦੀ ਗੱਲ ਚੰਗੀ ਨਹੀਂ ਲੱਗਦੀ, ਲੇਕਿਨ ਉਸ ਗੱਲ ਨੂੰ ਸੋਚੋ ਜ਼ਰੂਰ। ਅਗਰ ਉਹ ਗੱਲ ਨੂੰ ਸੋਚੋਗੇ, ਉਸਨੂੰ ਪਰਖੋਗੇ, ਪਰਤੱਖ ਮੰਨੋਗੇ, ਤਾਂ ਤੁਹਾਡੇ ਜਿਹੜੇ ਰਿਜ਼ਲਟ ਆ ਉਹ ਸਹੀ ਆਉਣਗੇ। ਹਾਂਜੀ ਹਾਂਜੀ। ਅੱਛਾ, ਹੁਣ ਬਹੁਤ ਵਾਰੀ ਅਸੀਂ ਇੱਦਾਂ ਦੇਖਿਆ ਕਿ ਜਿੱਦਾਂ ਤੁਹਾਡੇ ਜਿਹੜਾ ਪ੍ਰੋਗਰਾਮ ਹੈਗਾ ਇਹਦਾ ਨਾਂ ਹੈਗਾ ਸੋਚ ਦਾ ਸਫ਼ਰ। ਅੱਛਾ, ਅਸੀਂ ਆਪਣੀ ਸੋਚ ਨੂੰ ਸਫ਼ਰ ਤੱਕ ਨਹੀਂ ਲੈ ਕੇ ਜਾਂਦੇ। ਅਸੀਂ ਉਹੀ ਕੁਛ ਕਰੀ ਜਾ ਰਹੇ ਹਾਂ ਜੋ ਸਾਡੇ ਬਾਬੇ ਪੜਦਾਦੇ ਜਾਣੇ ਅਣਜਾਣੇ ਕਰਦੇ ਸੀ। ਇਹ ਗੱਲ ਅਸੀਂ ਭੁੱਲ ਜਾਂਦੇ ਹਾਂ ਕਿ ਉਹਨਾਂ ਨੇ ਜੋ ਦੇਖਿਆ ਉਹ ਉਹੀ ਕਰਦੇ ਆਏ, ਉਹਨੇ ਪੜ੍ਹਿਆ ਨਹੀਂ ਹੈ। ਹੁਣ ਜਿਹੜੇ ਲੋਕ ਤੁਹਾਡੇ ਵਰਗੇ ਜਾਂ ਰਫੀਜਨ ਚੌਹਾਨ ਵਰਗੇ ਲੋਕ ਹੈਗੇ ਆ, ਉਹ ਪੜ੍ਹੇ ਲਿਖੇ ਲੋਕ ਹੈ, ਜੇ ਉਹ ਵੀ ਇਸੇ ਚੀਜ਼ ਨੂੰ ਦੁਬਾਰਾ ਉਹ ਕਰੀ ਜਾਣ, ਰਿਪਲਾਈ ਕਰੀ ਜਾਣ, ਰਿਪੀਟ ਕਰੀ ਜਾਣ ਗੱਲ ਨੂੰ, ਤਾਂ ਉਹ ਅੰਧ ਵਿਸ਼ਵਾਸ ਨੂੰ ਫੈਲਾਉਣ ਵਾਲੀ ਗੱਲ ਹੁੰਦੀ ਹੈ। ਇਸ ਕਰਕੇ ਮੈਂ ਸਮਝਦਾ ਕਿ ਅਗਰ ਅਸੀਂ ਤਰਕਸ਼ੀਲਤਾ ਨੂੰ ਪ੍ਰਮੋਟ ਕਰਨਾ ਸਹੀ ਸਮਝਦੇ ਹਾਂ ਤਾਂ ਸਾਨੂੰ ਇਹ ਜ਼ਰੂਰ ਹੈ ਕਿ ਸਾਨੂੰ ਲੋਕਾਂ ਵਿੱਚ ਪੜ੍ਹਨ ਦੀ ਇਹ ਰੁਚੀ ਪੈਦਾ ਕਰਨੀ ਚਾਹੀਦੀ ਹੈ। ਕਿਉਂਕਿ ਜਿੰਨਾ ਚਿਰ ਤੁਸੀਂ ਪੜ੍ਹਦੇ ਨਹੀਂ, ਕਿਉਂਕਿ ਪੜ੍ਹਾਈ ਦਾ ਮਤਲਬ ਹੈ ਤੁਸੀਂ ਆਪਣੇ ਦਿਮਾਗ ਨੂੰ ਬੜਾਵਾ ਦੇਣਾ, ਆਪਣੀ ਸੋਚ ਨੂੰ ਵਧਾਉਣਾ। ਹਾਂਜੀ ਹਾਂਜੀ ਹਾਂਜੀ। ਜਦੋਂ ਤੁਸੀਂ ਕਿਤਾਬਾਂ ਜਿਹੜਾ ਦੇਖੋ ਜਿਹੜੇ ਐਸਾ ਵੈਕਟਸ ਹੈਗੇ ਆਪਣੇ ਆਪ ਕੁਛ ਨਹੀਂ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਜਦੋਂ ਤੁਸੀਂ ਉਹਨਾਂ ਨੂੰ ਜੋੜਦੇ ਆ, ਆਪਣੇ ਦਿਮਾਗ ਨੂੰ ਤੁਸੀਂ ਹੋਰ ਥੋੜਾ ਅੱਗੇ ਵਧਾਉਂਦੇ ਆ, ਓਪਨ ਕਰਦੇ ਆ ਦਿਮਾਗ ਨੂੰ, ਤਾਂ ਫਿਰ ਲਫ਼ਜ਼ ਬਣਦੇ ਆ। ਹਾਂਜੀ ਹਾਂਜੀ। ਬਹੁਤ ਵਾਰੀ ਗੱਲ ਏਦਾਂ ਕਰੀਦੀ ਹੈ ਕਿ ਵੀ ਜਿਹੜੇ ਤੁਸੀਂ ਪੜ੍ਹੋਗੇ ਤੁਹਾਡੇ ਕੋਲ ਲਫ਼ਜ਼ ਦਾ ਭੰਡਾਰ ਆਊਗਾ। ਲਫ਼ਜ਼ ਦਾ ਭੰਡਾਰ ਆਊਗਾ, ਤੁਸੀਂ ਪੜ੍ਹੋਗੇ ਤਾਂ ਤੁਸੀਂ ਸੱਚ ਤੇ ਝੂਠ ਨੂੰ ਪਹਿਚਾਣੋਗੇ। ਠੀਕ ਹੈ। ਤੇ ਮੈਂ ਸਮਝਦਾ ਕਿ ਜਿਹੜੀ ਐਜੂਕੇਸ਼ਨ ਹੈ ਇਹ ਬਹੁਤ ਵੱਡੀ ਚੀਜ਼ ਹੈ ਕਿ ਸਾਡੇ ਮੁਲਕ ਵਿੱਚ ਅੰਧ ਵਿਸ਼ਵਾਸ ਨੇ ਪੱਠਾ ਬਿਠਾ ਲਿਆ ਹੈ। ਜਿੰਨੀਆਂ ਵੀ ਬੁਰਾਈਆਂ ਹੈਗੀਆਂ ਉਹ ਸਾਰੀਆਂ ਅੰਧ ਵਿਸ਼ਵਾਸ ਕਰਕੇ ਹੀ ਆ। ਲੋਕਾਂ ਨੂੰ ਤਰਕ ਤੇ ਸੋਚਣ ਦੀ ਲੋੜ ਆ, ਲੋਕਾਂ ਨੂੰ ਤਰਕ ਤੇ ਸਮਝਣ ਦੀ ਲੋੜ ਆ, ਲੋਕਾਂ ਨੂੰ ਤਰਕ ਨੂੰ ਦੇਖਣ ਦੀ ਲੋੜ ਆ। ਜਿੰਨਾ ਲੋਕ ਤਰਕ ਤੇ ਨਹੀਂ ਸੋਚਦੇ, ਨਹੀਂ ਦੇਖਦੇ, ਨਹੀਂ ਪਰਖਦੇ, ਉਹਨਾਂ ਚਿਰ ਜਿਹੜਾ ਭੰਬਲ ਭੂਸਾ ਇਹ ਚੋਂ ਛੁਟਕਾਰਾ ਨਹੀਂ ਹੋਣਾ। ਅਸੀਂ ਬਹੁਤ ਨੁਕਸਾਨ ਪਹੁੰਚਾ ਰਹੇ ਹਾਂ ਇੱਕ ਦੂਜੇ ਨੂੰ। ਅਸੀਂ ਬਹੁਤ ਵਾਰੀ ਸੁਣਿਆ ਹੈ ਵੀ ਕਿਸੇ ਨੇ ਕਿਸੇ ਸੰਤ ਦੀ ਗੱਲ ਸੁਣ ਕੇ ਕਿਸੇ ਦਾ ਬੱਚਾ ਮਾਰਤਾ, ਕਿਉਂਕਿ ਉਹ ਸੰਤ ਨੇ ਕਹਿ ਦਿੱਤਾ ਵੀ ਤੂੰ ਕਿਸੇ ਬੱਚੇ ਦੀ ਬਲੀ ਦੇ, ਬਾਅਦ 'ਚ ਤੇਰੇ ਬੱਚਾ ਹੋਊਗਾ। ਤੇ ਏਦਾਂ ਦੀਆਂ ਧਾਰਾਵਾਂ ਜਿਹੜੀਆਂ ਹੈਗੀਆਂ, ਕਿਉਂਕਿ ਜਿਹੜੇ ਪੁੱਛਣ ਗਏ ਉਹ ਵੀ ਉਦਾਂ ਦੇ ਆ, ਜਿਹੜੇ ਕਹਿਣਗੇ ਉਹ ਵੀ ਉਦਾਂ ਦੇ ਆ। ਜੇ ਉਹਨਾਂ ਤਿੰਨਾਂ ਤਰ੍ਹਾਂ ਚੋਂ ਜਾਂ ਦੋ ਤਰ੍ਹਾਂ ਚੋਂ ਕਿਸੇ ਨੇ ਵੀ ਸੋਚਿਆ ਹੁੰਦਾ ਵੀ ਜਦੋਂ ਕਿਸੇ ਬੱਚਾ ਵੱਢਦਾ ਮੇਰੇ ਬੱਚਾ ਕਿੱਦਾਂ ਹੋ ਜੂ, ਗ੍ਰੈਸ ਤੇ ਬੈਠੇ ਤੂੰ ਕਿਸੇ ਦਾ ਬੱਚਾ ਮਾਰਦਾ ਤੂੰ ਜਾਣਾ ਜੇਲ੍ਹ ਵਿੱਚ, ਉੱਥੇ ਚੱਕੀ ਪਈ ਹੋਣੀ, ਉੱਥੇ ਕਿਹੜੇ ਨਿਆਣੇ ਹੋਣੇ ਆ। ਮਤਲਬ ਕਿ ਲੋਕ ਜਿਹੜੀ ਸੋਚ ਆ, ਤੁਸੀਂ ਸੋਚ ਨੂੰ ਅੱਗੇ ਵਧਾਉਣ ਦਾ ਮੈਂ ਸਮਝਦਾ ਕਿ ਜਿਹੜੇ ਤੁਹਾਡੇ ਵਰਗੇ ਸੱਜਣ ਹੈਗੇ ਆ ਜਾਂ ਹੋਰ ਜਿਹੜੇ ਬੁਲਾਰੇ ਹੈਗੇ ਵਧੀਆ ਵਧੀਆ ਗੱਲਾਂ ਕਰਦੇ, ਉਹਨਾਂ ਨੂੰ ਪਬਲਿਕ ਤੌਰ ਤੇ ਪਬਲਿਕ ਦੇ ਵਿੱਚ ਜਾ ਕੇ ਬਹੁਤ ਸਾਰਾ ਪ੍ਰਚਾਰ ਕਰਨ ਦੀ ਲੋੜ ਆ। ਲੋਕਾਂ ਵਿੱਚ ਆਪਾਂ ਤਰਕ ਦੀ ਗੱਲ ਵਧਾਈਏ, ਤਰਕ ਦੀ ਗੱਲ ਕਰੀਏ, ਤਾਂ ਜਿਹੜਾ ਕੋਈ ਸਵਾਲ ਕਰਦਾ ਉਹਦਾ ਜਵਾਬ ਵੀ ਆਪਾਂ ਤਰਕ ਦੇ ਮੁਤਾਬਕ ਦੇਈਏ। ਕਿਉਂਕਿ ਪਹਿਲਾਂ ਜਵਾਬ ਜ਼ਰੂਰ ਹੋ ਸਕਦਾ ਸਾਨੂੰ ਬਹੁਤ ਕੌੜੇ ਲੱਗਣ, ਪਰ ਇਹ ਕੌੜੇ ਹੋਣੇ ਪਹਿਲਾਂ ਉਹਨਾਂ ਦੀ ਗੱਲ ਸੋਚ ਕੇ ਬਾਅਦ ਜਵਾਬ ਦੇਈਏ ਤਾਂ ਵਧੀਆ ਰਹੂਗਾ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਮੇਰੇ ਵੀਰ ਧਰਮਚੰਦ ਮੇਹੇ ਹੁਣੀ। ਤੁਸੀਂ ਇਹਦੇ ਬਾਰੇ ਕੀ ਸੋਚਦੇ ਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਸਾਡੀ ਜ਼ਿੰਦਗੀ ਜਿਹੜੀ ਹੈ ਫਿਜ਼ੀਕਲ ਜਾਂ ਜਿਹੜਾ ਹੈਗਾ ਸਾਡੀ ਮਾਨਸਿਕ ਸਿਹਤ ਉੱਤੇ ਇਹਦਾ ਕੀ ਅਸਰ ਪੈਂਦਾ, ਸਾਡੇ ਸਮਾਜ 'ਤੇ ਕੀ ਅਸਰ ਪੈਂਦਾ? ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ, ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਜੈ ਗੁਰਦੇਵ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਵੀ ਆਪਣੇ ਭੋਗਲ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਵਧੀਆ ਵਿਸ਼ਾ ਡਾਕਟਰ ਸਾਹਿਬ, ਹਮੇਸ਼ਾ ਦੀ ਤਰ੍ਹਾਂ। ਹਾਂਜੀ, ਜਿਹੜੇ ਭਾਈ ਸਾਹਿਬ ਹੁਣ ਬੋਲ ਕੇ ਗਏ ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜਾ ਅੰਧ ਵਿਸ਼ਵਾਸ ਉਹਨੇ ਬੇੜਾ ਗਰਕ ਕਰ ਦਿੱਤਾ। ਪਰ ਨਾਲ ਇੱਕ ਗੱਲ ਹੋਰ ਵੀ ਆ ਡਾਕਟਰ ਸਾਹਿਬ, ਤੇ ਜੇ ਅੰਧ ਵਿਸ਼ਵਾਸ ਨਾ ਹੁੰਦਾ ਤੇ ਵਿਸ਼ਵਾਸ ਦਾ ਨਹੀਂ ਸੀ ਪਤਾ ਲੱਗਣਾ, ਜੇ ਝੂਠ ਨਾ ਹੁੰਦਾ ਤਾਂ ਸੱਚ ਦਾ ਵੀ ਨਹੀਂ ਸੀ ਪਤਾ ਲੱਗਣਾ, ਜੇ ਪਾਪ ਨਾ ਹੁੰਦਾ ਤਾਂ ਪੁੰਨ ਦਾ ਨਹੀਂ ਸੀ ਪਤਾ ਲੱਗਣਾ, ਜੇਕਰ ਅਧਰਮ ਨਾ ਹੁੰਦਾ ਤੇ ਧਰਮ ਦਾ ਵੀ ਨਹੀਂ ਸੀ ਪਤਾ ਲੱਗਣਾ।
ਇਸ ਕਰਕੇ ਇਹ ਕੁਦਰਤ ਦਾ ਕੋਈ ਨਿਯਮ ਹੈਗਾ ਤੇ ਗੱਲ ਇਹਨਾਂ ਦੀ ਸਾਡੇ ਭਾਈ ਸਾਹਿਬ ਦੀ ਬਿਲਕੁਲ ਠੀਕ ਸੀ। ਪਰ ਅਸੀਂ ਅੰਧ ਵਿਸ਼ਵਾਸ ਤੋਂ ਨਿਕਲਣਾ ਚਾਹੀਦਾ। ਉਹ ਕਿਉਂ ਨਿਕਲਣਾ ਚਾਹੀਦਾ? ਕਿਉਂਕਿ ਮਹਾਰਾਜ ਸਾਨੂੰ ਫਰਮਾਉਂਦੇ ਨੇ, ਬਾਣੀ 'ਚ ਫਰਮਾਉਂਦੇ ਨੇ ਮਹਾਰਾਜ ਜੀ, 1,84 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਜੂਨਾਂ ਵਿੱਚੋਂ ਇਨਸਾਨ ਨੂੰ ਸਾਰਿਆਂ ਨਾਲੋਂ ਜ਼ਿਆਦਾ ਵਡਿਆਈ ਦਿੱਤੀ ਆ। ਜੇਕਰ ਵਡਿਆਈ ਪਾ ਕੇ ਵੀ ਅਸੀਂ ਅੰਧ ਵਿਸ਼ਵਾਸ ਦਾ ਜੀਵਨ ਜਿਉਣਾ ਤੇ ਕਾਹਦੀ ਵਡਿਆਈ ਸਾਡੇ ਕੋਲ ਫਿਰ? ਹਾਂਜੀ 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 ਹਾਂਜੀ। ਤਾਂ ਮੈਂ ਉਹ ਭਾਈ ਸਾਹਿਬ ਨਾਲ ਸਹਿਮਤ ਹਾਂ ਕਿ ਅਸੀਂ ਅੰਧ ਵਿਸ਼ਵਾਸ ਨਾਲ ਸਾਡਾ ਬੇੜਾ ਗਰ ਕਰਤਾ। 84 ਲੱਖ ਜੂਨਾਂ ਨੂੰ ਮੰਨਿਆ ਗਿਆ ਇਹ ਗੱਲਾਂ ਤੇ ਉਹਨਾਂ ਵਿੱਚੋਂ ਇਹ ਵਡਿਆਈ ਦਿੱਤੀ ਆ ਤੇ ਵਡਿਆਈ ਦੇ ਹਿਸਾਬ ਨਾਲ ਤੇ ਅਸੀਂ ਚੱਲਦੇ ਹੀ ਨਹੀਂ ਹੈ। ਹਾਂਜੀ ਹਾਂਜੀ। ਡਾਕਟਰ ਸਾਹਿਬ ਤੁਸੀਂ ਇਹ ਨਾ ਸਮਝਿਓ ਕਿ ਮੈਂ ਕਿਸੇ ਦੇ ਖਿਲਾਫ ਬੋਲਣਾ ਜਾਂ ਵਿਤਕਰਾ ਕਰਦਾ, ਪਰ ਕਿਉਂਕਿ ਵਿਸ਼ਾ ਤੁਹਾਡਾ ਇਦਾਂ ਦਾ ਗੱਲ ਕਹਿਣੀ ਪੈਣੀ ਆ ਵੀ ਅੰਧ ਵਿਸ਼ਵਾਸ ਦੀ ਗੱਲ ਦੇਖ ਲਓ। ਆ ਕਰੋਨਾ ਹੋਇਆ ਤੇ ਆਪਣੇ ਭਾਰਤ ਦੀ ਸਰਕਾਰ ਨੇ ਜਾਂ ਮੋਦੀ ਸਾਹਿਬ ਨੇ ਕੀ ਕਿਹਾ ਸੀ ਭਲਾ? ਕਿਹਨੂੰ ਨਹੀਂ ਪਤਾ ਇਸ ਗੱਲ ਦਾ? ਕੋਈ ਮੈਨੂੰ ਗਲਤ ਨਾ ਸਮਝੇ, ਮੈਂ ਤਾਂ ਕਿਉਂਕਿ ਵਿਸ਼ਾ ਰੱਖਿਆ ਕਰਕੇ ਸੱਚ ਬੋਲਣਾ ਪੈਣਾ। ਤੇ ਉਹਨਾਂ ਨੇ ਕਿਹਾ ਸੀ ਵੀ ਥਾਲੀਆਂ ਵਜਾਓ ਤੇ ਮੋਮਬੱਤੀਆਂ ਜਗਾਓ। ਡਾਕਟਰ ਸਾਹਿਬ ਹਾਂ ਮੈਂ ਸੁਣ ਰਿਹਾ ਜੀ, ਸੁਣ ਰਿਹਾ। ਹਾਂਜੀ ਪਰ ਦੱਸੋ ਕਿਹਾ ਸੀ ਨਾ ਇਦਾਂ ਵੀ ਥਾਲੀਆਂ ਵਜਾਓ ਤੇ ਮੋਮਬੱਤੀਆਂ ਜਗਾਓ ਤੇ ਕਰੋਨਾ ਭਾਗ ਜਾਏਗਾ। ਤੇ ਹੁਣ ਕਿਸੇ ਨੂੰ ਕੀ ਪਤਾ ਸੀ ਉਹਦੇ ਪਿੱਛੇ ਇਸ਼ਾਰਾ ਕੀ ਸੀ ਵੀ ਥਾਲੀਆਂ ਵਜਾਓ ਜਾਂ ਮੋਮਬੱਤੀਆਂ ਜਗਾਓ, ਕਰੋਨਾ ਤੇ ਭਾਗ ਜਾਏਗਾ। ਲੇਕਿਨ ਅਸਲੀ ਗੱਲ ਇਹ ਸੀਗੀ ਮੈਨੂੰ ਲੱਗਦਾ ਜਿਹੜੀ ਸਾਹਮਣੇ ਆ ਗਈ ਆ ਵੀ ਮਹਿੰਗਾਈ ਇੰਨੀ ਕਰ ਦੇਣੀ ਆ ਵੀ ਥਾਲੀਆਂ ਖੜਕਾਓਗੇ ਤੇ ਬਿਜਲੀ ਦੇ ਤੁਸੀਂ ਬੱਲਬ ਵੀ ਨਹੀਂ ਜਲਣੇ, ਮੋਮਬੱਤੀਆਂ ਜਲਣੀਆਂ ਪੈਣੀਆਂ ਤੁਹਾਨੂੰ। ਤੇ ਲੇਕਿਨ ਤਰਕ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਦਲੀਲ ਹੋਣੀ ਚਾਹੀਦੀ ਆ। ਆਪਣੇ ਡਾਕਟਰ ਸਾਹਿਬ ਦੇਖੋ ਗੁਰੂ ਨਾਨਕ ਪਾਤਸ਼ਾਹ ਦੇ ਜਦੋਂ ਜਨੇਊ ਪਾਉਣ ਲੱਗੇ, ਪੰਡਤ ਜਨੇਊ ਪਾਉਣ ਲੱਗਾ ਨਾ ਪੰਡਤ ਹਰਦਿਆਲ, ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਜਨੇਊ ਮੇਰੇ ਕਿਉਂ ਪਾਉਣ ਲੱਗੇ? ਦੇਖੋ ਦਲੀਲ ਦੀ ਗੱਲ ਕਰਦੇ ਆ, ਰੀਜ਼ਨਿੰਗ। ਤੇ ਉਹ ਕਹਿੰਦਾ ਜੀ ਜਿੰਨਾ ਚਿਰ ਅਸੀਂ ਜਨੇਊ ਨਹੀਂ ਪਾਉਂਦੇ ਉਹਨਾਂ ਚਿਰ ਤੁਸੀਂ ਧਰਮ ਵਿੱਚ ਨਹੀਂ ਆ ਸਕਦੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੇਖੋ ਦਲੀਲ ਦੀ ਗੱਲ ਆ ਨਾ, ਦਲੀਲ ਦੀ ਗੱਲ ਆ, ਦਿਮਾਗ ਖੁੱਲੇ ਦੀ ਗੱਲ ਆ ਨਾ, ਗਿਆਨ ਦੀ ਗੱਲ ਆ ਨਾ, ਅਧਿਆਤਮਕ ਗਿਆਨ ਦੀ ਗੱਲ ਆ ਨਾ ਸਾਰੀ ਜਿਹੜੀ ਆਪਾਂ ਕਰ ਰਹੇ ਹਾਂ ਅੱਜ। ਤੇ ਉਹ ਕਹਿੰਦਾ ਜੀ ਤਾਂ ਤੁਸੀਂ ਧਰਮ ਵਿੱਚ ਆਓਗੇ ਜਦੋਂ ਜਨੇਊ ਪਾਓਗੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਸਵਾਲ ਕੀਤਾ ਵੀ ਮੇਰੀ ਭੈਣ ਮੇਰੇ ਤੋਂ ਵੱਡੀ ਆ ਤੇ ਉਹਦੇ ਜਨੇਊ ਕਿਉਂ ਨਹੀਂ ਪਾਉਂਦਾ? ਤੇ ਉਹ ਧਰਮ 'ਚ ਕਿੱਦਾਂ ਆਏਗੀ? ਕੋਈ ਜਵਾਬ ਨਹੀਂ ਸੀ। ਨੰਬਰ 2 ਮੈਂ ਛੋਟੀ ਗੱਲ ਕਰਾਂ ਕਿਉਂਕਿ ਕਾਲਰ ਬਹੁਤ ਹੁੰਦੇ ਨੇ ਡਾਕਟਰ ਸਾਹਿਬ, ਛੋਟੀ ਗੱਲ ਕਰਾਂ। ਦੂਸਰੀ ਗੱਲ ਜਦੋਂ ਇੱਧਰ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਜਿੱਥੇ ਉੱਥੇ ਜਦੋਂ ਪਾਣੀ ਦੇ ਪੰਡਤਾਂ ਨੂੰ ਪਾਣੀ ਦੇ ਸੂਰਜ ਨੂੰ ਪਾਣੀ ਦਿੰਦੇ ਸੀਗੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹ ਵੀ ਅੰਦਰ ਚਲੇ ਗਏ ਪਾਣੀ ਦੇ ਵਿੱਚ ਤੇ ਪੰਜਾਬ ਵੱਲ ਨੂੰ ਪਾਣੀ ਦੇਣ ਲੱਗ ਪਿਆ। ਸਾਰਿਆਂ ਨੂੰ ਪਤਾ ਇਹ ਜਿਹੜੀਆਂ ਸਾਖੀਆਂ ਦੇ ਵਿੱਚ ਵਾਕਿਆ ਕੋਈ ਸਿੱਖਿਆ ਹੁੰਦੀ ਆ ਤਾਂ ਉਹਨੂੰ ਸਾਖੀ ਕਹਿੰਦੇ ਆ। ਤੇ ਉਹ ਪੰਡਤ ਕਹਿਣ ਲੱਗੇ ਵੀ ਇਹ ਬੰਦਾ ਕਿਦਾਂ ਦਾ, ਇਹ ਕੀ ਕਰਨ ਲੱਗ ਪਿਆ? ਤੇ ਉਹ ਪੁੱਛਣ ਲੱਗੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਤੁਸੀਂ ਕੀ ਕਰਦੇ ਆ? ਕਹਿੰਦਾ ਮੈਂ ਆਪਣੀ ਖੇਤੀ ਨੂੰ ਪੰਜਾਬ ਨੂੰ ਪਾਣੀ ਦਿੰਦਾ। ਤਾਂ ਕਹਿੰਦਾ ਤੇ ਪੰਡਤ ਕਹਿਣ ਲੱਗੇ ਤੇ ਕਿੱਡੀ ਕੁ ਦੂਰ ਆ? ਕਹਿੰਦੇ ਜੀ ਥੋੜੀ ਜਿਹੀ 1000 ਮੀਲ ਹੋਊ, 2-4000 ਮੀਲ। ਤੇ ਉਹ ਪੰਡਤ ਕਹਿਣ ਲੱਗੇ ਵੀ 2000 ਤੇ ਮੀਲ ਤੇ 3000 ਮੀਲ ਤੇ ਤੁਹਾਡਾ ਪਾਣੀ ਕਿੱਦਾਂ ਚਲਾ ਜਾਊਗਾ? ਤੇ ਗੁਰੂ ਨਾਨਕ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਿਹੜੀ ਗੱਲ ਕਹੀ ਉਹਨਾਂ ਨੂੰ ਪੰਡਤਾਂ ਨੂੰ, ਉਹ ਕਹਿੰਦੇ ਵੀ ਜੇ ਮੇਰਾ ਇੱਥੋਂ ਪਾਣੀ ਪੰਜਾਬ ਤੱਕ ਨਹੀਂ ਜਾ ਸਕਦਾ ਤੇ ਤੁਹਾਡਾ ਪਾਣੀ ਸੂਰਜ ਤੱਕ ਕਿੱਦਾਂ ਜਾਏਗਾ? ਮੈਨੂੰ ਸਮਝਾ ਦਿਓ। ਕੋਈ ਜਵਾਬ ਨਹੀਂ ਸੀ। ਤੇ ਇੱਕ ਤੀਸਰਾ ਐਗਜ਼ਾਮਪਲ ਦੇ ਕੇ ਇੱਕ ਮੇਰੇ ਮਿੱਤਰ ਨੇ ਮੈਨੂੰ ਟੈਲੀਫੋਨ ਕੀਤਾ ਇੱਕ ਵਾਰ, ਬਹੁਤ ਸਾਲਾਂ ਦੀ ਗੱਲ ਆ ਡਾਕਟਰ ਸਾਹਿਬ, ਤੇ ਮੈਂ ਇੱਥੇ 1962 ਦਾ ਆਇਆ, ਮੈਨੂੰ 60 ਸਾਲ ਹੋ ਗਏ ਇੱਥੇ ਆਏ ਨੂੰ, ਤੇ ਇਹ 40 ਸਾਲ ਦੀ ਗੱਲ ਹੋਣੀ ਆ। ਤੇ ਉਹਨੇ ਇੱਕ ਬਾਬੇ ਨੂੰ ਇੱਥੇ ਮਿਡਲੈਂਡ 'ਚ ਟੈਲੀਫੋਨ ਕਿਤੇ ਕਰਤਾ, ਉਹ ਵੀ ਕਿਸੇ ਦੇ ਕਹੇ ਤੇ ਵੀ ਬਾਬਾ ਬਹੁਤ ਕੰਮ ਖਰਾਬ ਕਰ ਰਿਹਾ। ਤੇ ਉਹ ਬਾਬੇ ਨੂੰ ਕਹਿੰਦਾ ਬਾਬਾ ਜੀ ਮੈਂ ਛੋਟੀ ਗੱਲ ਕਰਾਂ, ਬਾਬਾ ਜੀ ਕਹਿੰਦਾ ਮੇਰਾ ਵਿਆਹ ਕਦੋਂ ਹੋਏਗਾ? ਤੇ ਬਾਬਾ ਜੀ ਕਹਿਣ ਲੱਗਾ ਤੁਸੀਂ ਮੇਰੇ ਕੋਲ ਆ ਜਾਓ ਤੇ ਆਪਾਂ ਸਾਰਾ ਬੰਦੋਬਸਤ ਕਰ ਲਵਾਂਗੇ, ਵਿਆਹ ਤੁਹਾਡਾ ਜਲਦੀ ਹੋ ਜਾਣਾ ਆ। ਉਹ ਜਦੋਂ ਤਰੀਕ ਪੁੱਛੀ ਨਾ ਤੇ ਕਹਿੰਦਾ ਵਿਆਹ ਤੁਹਾਡਾ ਜਲਦੀ ਹੋ ਜਾਣਾ, ਤੁਸੀਂ ਮੇਰੇ ਕੋਲ ਆ ਜਾਓ, ਮੇਰੇ ਕੋਲ ਆ ਜਾਓ ਤੇ ਫਿਰ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਵੀ ਵਿਆਹ ਕਦੋਂ ਹੋਣਾ, ਕਿੱਦਾਂ ਹੋਣਾ। ਤੇ ਜਦੋਂ ਉਹਨੂੰ ਬਾਬੇ ਨੇ ਇਹ ਗੱਲ ਕਹੀ ਨਾ ਤੇ ਉਹ ਮੋਰੇ ਕਹਿਣ ਲੱਗਾ ਮੇਰਾ ਮਿੱਤਰ ਕਹਿੰਦਾ ਮੇਰਾ ਤਾਂ ਵਿਆਹ ਹੋਇਆ ਬਾਬਾ ਜੀ, ਮੇਰੇ ਤਾਂ ਇੱਕ ਕਾਕਾ ਮੇਰੇ ਬੱਚਾ ਵੀ ਆ। ਉਹਨੇ ਠਾਹ ਦੇਣ ਟੈਲੀਫੋਨ ਰੱਖ ਦਿੱਤਾ। ਓਕੇ ਭੋਗਲ ਸਾਹਿਬ ਦੱਸੋ ਵੀ ਜਿਹੜੀ ਇਹਨਾਂ ਗੱਲਾਂ ਚੋਂ ਡਾਕਟਰ ਸਾਹਿਬ ਨਿਕਲਣਾ ਪੈਣਾ, ਜਿਹਦਾ ਸਾਡੇ ਭਾਈ ਸਾਹਿਬ ਕਹਿੰਦੇ ਅੰਧ ਵਿਸ਼ਵਾਸ ਚੋਂ ਨਿਕਲਣਾ ਪੈਣਾ, ਸੱਚੀ ਗੱਲ ਵਾ। ਥੈਂਕ ਯੂ ਜੀ, ਥੈਂਕ ਯੂ। ਤਾਂ ਪਤਾ ਲੱਗੂ ਵੀ ਅਸੀਂ ਜੇ ਇਨਸਾਨ ਆ ਤਾਂ ਸਾਡੇ ਚ ਇਨਸਾਨੀਅਤ ਹੈਗੀ ਆ। ਹਾਂਜੀ ਹਾਂਜੀ, ਹੈ ਨਾ, ਉਦਾਂ ਨਹੀਂ ਪਤਾ ਲੱਗਣਾ ਡਾਕਟਰ ਸਾਹਿਬ। ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਹੀ ਮਿਹਰਬਾਨੀ ਜੀ। ਇਹ ਤੁਸੀਂ ਮੇਰੇ ਵੀਰ ਭੋਗਲ ਸਾਹਿਬ ਪੀਟਰਬਰਾ ਤੋਂ ਜਿਨ੍ਹਾਂ ਨੇ ਫੋਨ ਸੀ ਕੀਤਾ।
ਤੁਸੀਂ ਕੀ ਇਹਦੇ ਬਾਰੇ ਸੋਚਦੇ ਹੈਗੇ ਆ ਜਿਹਨਾਂ ਲੋਕਾਂ ਨੇ ਨਵੀਆਂ ਲੀਹਾਂ ਪਾਈਆਂ ਹੈਗੀਆਂ ਜਾਂ ਨਵੀਆਂ ਕਾਢਾਂ ਕੱਢੀਆਂ ਹੈਗੀਆਂ ਉਹਨਾਂ ਨੇ ਤਰਕ ਤੇ ਸੋਚਿਆ ਸੀ? ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? हाँ जी, मैं जसल बोलता जी गलासगो तो। हाँ जी, की कहना चाहोगे महाराज? हाँ जी, मैं यही कहना चाहना कि डॉक्टर साहब तुसीं जिहड़ा ये रखा अज दा प्रोग्राम वेरी नाइस। थैंक यू जी। क्योंकि तर्कशील जिहड़ी है ना, जे सही तरीके नाल मनो तो तर्कशील ही एक जिंदगी सवारदी आ। हाँ। इस तो बाद जिहड़ा सबजैक्ट है इहदे नाल जुड़दा अंध विश्वास दा, वो जिंदगी नूं सवारदी नहीं, वो गालदी आ। जिंदगी नूं अगे तुन तो रोकदी आ। तर्कशील जिहड़ी आ ये बंदे नूं चुस्त करदी, अगे जिंदगी तोन दी एक बहुत बड़ा ज्ञान दिंदी आ। बंदे दे विच चुस्ती आउंदी आ। अंध विश्वास वाला बंदा हमेशा सुस्त रहूगा, गल करूगा किसी तर्कशील वाले बंदे दे नाल मनु जरूर, पर फसिया इन्ना हुंदा परिवार दे विच भी, यारा दोस्त भी ओहदे हुंदे आ अंध विश्वास दे, फसिया इन्ना हुंदा कि वो मनने लई तैयार नहीं हुंदा। एंड ते आके वो लड़ने लिए भी तैयार हो जाऊगा, वो पल्ले नहीं पैंदा। तर्कशील वाला बंदा जिहड़ा आ हमेशा एक्टिव और चुस्त होगा, ਉਹਦੇ ਵਿੱਚ ਗਿਆਨ ਹੋਊਗਾ। ਗਿਆਨੀ ਬੰਦਾ ਹੋਊਗਾ, ਅਗਲੇ ਨੂੰ ਗਿਆਨ ਤਰਕ ਤੇ ਦੇਊਗਾ। ਇਸ ਕਰਕੇ ਜਿਹੜੇ ਅੰਧ ਵਿਸ਼ਵਾਸ ਵਾਲੇ ਲੋਕ ਆ ਉਹ ਹਮੇਸ਼ਾ ਉਸੇ ਹੀ ਭੰਬਲ ਭੂਸੇ 'ਚ ਰਹਿੰਦੇ ਆ। ਉਹ ਗਾਂ ਦਿਮਾਗੀ ਤੌਰ ਤੇ ਉਹਨਾਂ ਦੀ ਤਰੱਕੀ ਨਹੀਂ ਹੁੰਦੀ। ਇਹ ਇੱਕ ਵਿਸ਼ਾ ਆ ਕਿ ਜਿਹੜਾ ਤਰਕਸ਼ੀਲ ਦਾ ਆ, ਜਿੰਨਾ ਸੰਤ ਮਤ ਹੈ ਉਹ ਸਾਰਾ ਹੀ ਤਰਕਸ਼ੀਲ ਤੇ ਖੜਾ ਆ। ਕਿਸੇ ਨੇ ਰੱਬ ਨਹੀਂ ਕਿਹਾ ਕਿ ਉਹ ਕਿਤੇ ਬੈਠਾ ਆ। ਉਹਨਾਂ ਦੀ ਬਾਣੀ ਪੜ੍ਹ ਕੇ ਦੇਖੋ, ਬਾਰ-ਬਾਰ ਕਹਿੰਦੇ ਆ ਕਿ ਰੱਬ ਤੁਹਾਡੇ ਅੰਦਰ ਹੀ ਆ। ਜੇ ਟੋਲਣਾ ਤੇ ਉਹਨੂੰ ਟੋਲੋ, ਜਾਂ ਤੁਹਾਡੇ ਆਲੇ ਦੁਆਲੇ ਨੇਚਰ ਜਿਹੜੀ ਆ ਇਹ ਰੱਬ ਆ। ਕਰੋਨਾ ਨੇ ਦਿਖਾ ਦਿੱਤਾ ਦੁਨੀਆ ਨੂੰ ਕਿ ਰੱਬ ਕਿਹੜਾ ਆ ਨੇਚਰ ਵਾ। ਇਸ ਕਰਕੇ ਜ਼ਿਆਦਾ ਤੌਰ ਤੇ ਜਿਹੜੇ ਗਰੀਬ ਲੋਕ ਹਨ ਉਹ ਹੀ ਇਸ ਕੰਮ 'ਚ ਫਸੇ, ਉਹਨਾਂ ਨੂੰ ਫਸਾਇਆ ਗਿਆ ਆ, ਉਹ ਨਿਕਲ ਨਹੀਂ ਸਕਦੇ। ਅਮੀਰ ਜਿਹੜੇ ਆ ਉਹਨਾਂ ਨੇ ਰੱਖੇ ਆ ਮੋਹਰੇ ਇਹਨਾਂ ਲੋਕਾਂ ਨੂੰ ਇੱਥੇ ਫਸਾਈ ਚਲੋ, ਕਿਉਂਕਿ ਇਹਨੇ ਮੁਲਕ ਦੀ ਵੀ ਤਰੱਕੀ ਰੋਕੀ ਆ। ਅੰਧ ਵਿਸ਼ਵਾਸ ਦਾ ਜਿਹੜਾ ਲੋਕਾਂ ਦੇ ਦਿਲਾਂ 'ਚ ਪਾਉਂਦੇ ਆ ਉਹ ਇਹਨਾਂ ਦੇ ਸਿਰ ਤੇ ਖਾਂਦੇ ਪੀਂਦੇ ਆ। ਇਸ ਕਰਕੇ ਤਰਕ ਤੇ ਰਹਿਣਾ, ਤਰਕਸ਼ੀਲ ਨੂੰ ਮੰਨਣਾ, ਆਦਮੀ ਦੇ ਕੋਲ ਬਹੁਤ ਵੱਡਾ ਗਿਆਨ ਆਉਂਦਾ। ਹਮੇਸ਼ਾ ਚੁਸਤੀ ਦੇ ਨਾਲ ਉਹਦੇ ਵਿੱਚ ਬਹੁਤ ਵੱਡਾ ਸੈਲਫ ਕੰਫੀਡੈਂਸ ਹੁੰਦਾ। ਅੰਧ ਵਿਸ਼ਵਾਸ ਦੇ ਜਿਹੜਾ ਬੰਦਾ ਆ ਉਹਦੇ ਵਿੱਚ ਸੈਲਫ ਕੰਫੀਡੈਂਸ ਹੈ ਨਹੀਂ। ਤਰਕਸ਼ੀਲ ਵਾਲੇ ਬੰਦੇ ਵਿੱਚ ਹਮੇਸ਼ਾ ਸੈਲਫ ਕੰਫੀਡੈਂਸ ਆ। ਸੈਲਫ ਕੰਫੀਡੈਂਸ ਦੇ ਨਾਲ ਹੀ ਜ਼ਿੰਦਗੀ ਚੰਗੀ ਤੁਰਦੀ ਆ। ਸੋ ਇਹ ਵਿੱਚ ਬਹੁਤ ਸਬਜੈਕਟ ਤੁਹਾਡਾ ਚੰਗਾ ਆ। ਇਹ ਸਾਨੂੰ ਬੜੇ ਮਤਲਬ ਸੋਚਣਾ ਚਾਹੀਦਾ ਹੈਗਾ। ਔਰ ਅੰਧ ਵਿਸ਼ਵਾਸ ਨੂੰ ਅਗਰ ਮਾਰਨਾ, ਕੱਢਣਾ ਲੋਕਾਂ ਤੇ ਤਰਕਸ਼ੀਲ ਦੇ ਬਣਾਓ ਉਹਨਾਂ ਨੂੰ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਜਸਲ ਸਾਹਿਬ ਜਿਨ੍ਹਾਂ ਨੇ ਗਲਾਸਗੋ ਤੋਂ ਫੋਨ ਕੀਤਾ, ਸਕਾਟਲੈਂਡ ਤੋਂ। ਤੁਹਾਡਾ ਕੀ ਖਿਆਲ ਆ ਕਿ ਇਹਦੇ ਨਾਲ ਜ਼ਿੰਦਗੀ ਜਿਹੜੀ ਹੈਗੀ ਆ ਦੂਬਰ ਬਣਦੀ ਹੈ ਯਾਨੀ ਕਿ ਜਾਂ ਅਸੀਂ ਪ੍ਰੋਗਰੈਸ ਕਰਦੇ ਹੈਗੇ ਹਾਂ? ਜਿਹੜੀਆਂ ਨਵੀਆਂ ਕਾਢਾਂ ਕੱਢੀਆਂ ਹੈਗੀਆਂ ਉਹ ਕਿਹੜੇ ਬੇਸ 'ਤੇ ਨਿਕਲੀਆਂ ਹੈਗੀਆਂ? ਜਦੋਂ ਸੇਬ ਯਾਨੀ ਕਿ ਦਰਖਤ ਤੋਂ ਥੱਲੇ ਡਿੱਗਿਆ ਉਹ ਨਿਊਟਨ ਨੂੰ ਇਕੱਲੇ ਨੂੰ ਕਿਉਂ ਖਿਆਲ ਆਇਆ? ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਜੈ ਭੀਮ ਜੈ ਭਾਰਤ, ਨਮਸਕਾਰ। ਜੈ ਭੀਮ ਜੈ ਭਾਰਤ ਮਾਨ ਸਾਹਿਬ। ਹਾਂਜੀ, ਤੁਸੀਂ ਬਹੁਤ ਅੱਛਾ ਮੁੱਦਾ ਲਿਆਂਦੇ ਆ ਅੱਜ। ਹਾਂਜੀ, ਤੇ ਦੇਖੋ ਜਿਹੜੀ ਤਰਕਸ਼ੀਲ ਹੈ ਨਾ, ਜਦੋਂ ਅਸੀਂ ਵੀ ਅੰਧ ਵਿਸ਼ਵਾਸ ਦੇ ਵਿੱਚ ਫਸੇ ਸੀ ਕਿ ਜਦੋਂ ਅਸੀਂ ਪੜ੍ਹਨ ਜਾਣਾ ਤੇ ਮੱਥਾ ਟੇਕਣ ਜਾਣਾ, ਕੁਟੀਆ ਸੀ ਕੋਈ ਉੱਥੇ, ਤੇ ਜਦੋਂ ਮੈਂ ਬਾਬਾ ਸਾਹਿਬ ਤਥਾਗਤ ਭਗਵਾਨ ਬੁੱਧ ਨੂੰ ਪੜ੍ਹਿਆ ਤਾਂ ਦਿਮਾਗ ਜਿਹੜਾ ਖੁੱਲ ਗਿਆ। ਕਿਉਂਕਿ ਅਗਰ ਬਾਬਾ ਸਾਹਿਬ ਉਸ ਅੰਧ ਵਿਸ਼ਵਾਸ ਵਿੱਚ ਲੱਗੇ ਰਹਿੰਦੇ ਉਹ ਦੁਨੀਆ ਦੀਆਂ ਸਭ ਤੋਂ ਡਿਗਰੀਆਂ, ਸਭ ਤੋਂ ਨੌਲੇਜ ਹਾਸਲ ਨਹੀਂ ਸੀ ਕਰ ਸਕਦੇ।
ਤੇ ਦੂਸਰੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਕੱਲ ਹੀ ਪਰਸੋਂ ਇੱਕ ਬੱਚਾ, ਉਹਨੇ ਘੜੇ ਵਿੱਚੋਂ, ਤੀਸਰੀ ਕਲਾਸ ਦਾ ਬੱਚਾ, ਔਰ ਘੜੇ ਵਿੱਚੋਂ ਪਾਣੀ ਲੈ ਕੇ ਪੀ ਲਿਆ। ਬਿਲਕੁਲ ਬਿਲਕੁਲ। ਔਰ ਟੀਚਰ ਨੇ ਇੱਕ ਟੀਚਰ ਨਹੀਂ, ਇੱਕ ਹੈਡ ਟੀਚਰ ਨੇ ਉਸ ਬੱਚੇ ਨੂੰ ਕੁੱਟ ਕੇ ਅਧਮੋਇਆ ਕਰ ਦਿੱਤਾ। ਉਹ ਹਸਪੀਟਲ ਜਾ ਕੇ ਉਹਨੇ ਦਮ ਤੋੜ ਦਿੱਤਾ। ਤੁਸੀਂ ਦੱਸੋ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਰੱਬ ਦੇ ਸਾਰੇ ਬਣਾਏ ਬੰਦੇ ਆ, ਔਰ ਦੂਜੇ ਪਾਸੇ ਅਸੀਂ ਨਫ਼ਰਤ ਕਰਦੇ ਆ ਕਿ ਉਹ ਘੜੇ ਨੂੰ ਹੱਥ ਲਾਉਣ ਦੇ ਨਾਲ ਉਹ ਘੜੇ ਦਾ ਪਾਣੀ ਵੀ ਭ੍ਰਿਸ਼ਟ ਹੋ ਗਿਆ ਤੇ ਸਾਰਾ ਕੁਝ ਭ੍ਰਿਸ਼ਟ ਹੋ ਗਿਆ। ਇੱਕ ਪਾਸੇ ਅਸੀਂ ਕਹਿੰਦੇ ਸਾਰੇ ਇਨਸਾਨ ਆ, ਉਸਦੇ ਬਣਾਏ ਹੋਏ ਬੰਦੇ ਆ, ਪਰ ਜੇ ਅਸੀਂ ਉਸਦੇ ਬਣਾਏ ਬੰਦੇ ਆ ਤਾਂ ਸਾਨੂੰ ਹਰੇਕ ਬੰਦੇ ਨੂੰ ਹਰੇਕ ਚੀਜ਼ ਦਾ ਅਧਿਕਾਰ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਕਿਉਂਕਿ ਇਹ ਅਧਿਕਾਰ ਕਿਉਂ ਨਹੀਂ ਹੈ? ਸਿਰਫ ਅੰਧ ਵਿਸ਼ਵਾਸ ਕਰਕੇ ਹੀ ਮਤਲਬ ਹੈ ਇਹ ਜਿਹੜੀਆਂ ਚੀਜ਼ਾਂ ਆ। ਤੁਸੀਂ ਦੱਸੋ ਕਿ ਇੱਕ ਮੈਂ ਨਿਊਜ਼ ਪੜ੍ਹੀ ਆ, ਇੱਕ ਭਗਵਾਨ ਦਾ ਮੰਦਿਰ ਹੈ, ਮੈਂ ਨਾਂ ਨਹੀਂ ਲਵਾਂਗਾ ਕਿਹੜਾ ਆ, ਉਹਦੀਆਂ 18 ਮੂਰਤੀਆਂ ਚੋਰਾਂ ਦੇ ਡਰ ਤੋਂ ਲੋਕਰ ਦੇ ਵਿੱਚ ਰੱਖੀਆਂ ਗਈਆਂ ਆ, ਔਰ ਉਹਦੇ ਆਲੇ ਦੁਆਲੇ 4 ਰਾਈਫਲਾਂ ਵਾਲੇ ਖੜੇ ਆ ਗਾਰਡ। ਤੇ ਉਹ ਦੱਸੋ ਕਿ ਜਿਹੜਾ ਭਗਵਾਨ ਆਪਣੀ ਖੁਦ ਹੀ ਰੱਖਿਆ ਨਹੀਂ ਕਰ ਸਕਦਾ, ਉਹ ਗਾਰਡਾਂ ਦੇ ਭਰੋਸੇ ਜੀਂਦਾ ਆ। ਪਰ ਅਸੀਂ ਲੋਕ ਬੇਵਕੂਫ ਆ ਕਿ ਅਸੀਂ ਉਸ ਭਗਵਾਨ ਦੇ ਕਿਤੇ ਨਾ ਭਰੋਸੇ ਜੀਂਦੇ ਆ, ਬੈਠੇ ਆ। ਇਹ ਜਿਹੜੀਆਂ ਚੀਜ਼ਾਂ ਹੈ ਅੰਧ ਵਿਸ਼ਵਾਸ ਕਰਕੇ ਹੀ ਹੈ। ਅਗਰ ਇਨਸਾਨ ਦੇ ਵਿੱਚ ਇਨਸਾਨੀਅਤ ਹੈਗੀ ਆ, ਉਹ ਸਭ ਤੋਂ ਉੱਚਾ ਉਹੀ ਇਨਸਾਨ ਆ ਜਿਹੜਾ ਇਨਸਾਨ ਨੂੰ ਬਰਾਬਰ ਤੇ ਹੱਕ ਦਿੰਦਾ ਆ। ਹੁਣ ਤੁਸੀਂ ਦੇਖ ਰਹੇ ਹੋ ਕਿ ਇੱਕ ਅਸੀਂ ਮੰਦਿਰ ਅਸੀਂ ਬਣਾਉਂਦੇ ਆ, ਔਰ ਉਹ ਮੰਦਿਰ ਦੇ ਵਿੱਚ ਬੈਠਾ ਜਿਹੜਾ ਮੂਰਤੀ ਬਣਾਈ ਉਹਨੂੰ ਭੋਜਨ ਅਸੀਂ ਲਗਾਉਂਦੇ ਆ, ਤੇ ਉੱਥੇ ਪੈਸੇ ਵੀ ਚੜਾਉਂਦੇ ਆ, ਤੇ ਉਹਦੀ ਰੱਖਿਆ ਵੀ ਅਸੀਂ ਕਰਦੇ ਆ। ਤਾਂ ਫਿਰ ਉਹ ਜਿਹੜਾ ਮੰਦਿਰ 'ਚ ਰੱਖਿਆ ਹੈ ਅਸੀਂ, ਉਹ ਭਗਵਾਨ ਆ ਕਿ ਤੁਸੀਂ ਆ? ਹਾਂਜੀ, ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਮੁਲਕਾਂ ਦੇ ਵਿੱਚ ਕਦੇ ਨਹੀਂ, ਮਤਲਬ ਇਹ ਲੋਕ ਬਲੀਵ ਜ਼ਰੂਰ ਕਰਦੇ ਆ ਕਿ ਗੋਡ ਕੋਈ ਹੋਏਗਾ, ਪਰ ਉਹਦੇ ਤੇ ਅੰਧ ਵਿਸ਼ਵਾਸ ਦੇ ਵਿੱਚ ਬੱਚਿਆਂ ਨੂੰ ਔਰ ਆਉਣ ਵਾਲੀ ਜਨਰੇਸ਼ਨ ਨੂੰ ਕਿਤੇ ਨਾ ਅੰਧ ਵਿਸ਼ਵਾਸ ਦੇ ਵਿੱਚ ਨਹੀਂ ਪਾਉਂਦੇ। ਇਹਨਾਂ ਲੋਕਾਂ ਨੇ ਉਸ ਵਿਗਿਆਨ ਤੇ ਤਰਕ ਤੇ ਔਰ ਅੱਗੇ ਤਰੱਕੀ ਕੀਤੀ ਆ। ਕਿਹੜੀ ਚੀਜ਼ ਨਹੀਂ ਬਣਾਈ? ਤੁਸੀਂ ਕਈ ਵਾਰੀ ਕਹਿੰਦੇ ਹਵਾਈ ਜਹਾਜ਼ ਤੋਂ ਲੈ ਕੇ ਹੋਰ ਕਿੰਨੀਆਂ ਸਾਇੰਸ ਨੇ ਚੀਜ਼ਾਂ ਬਣਾਈਆਂ, ਉਹ ਕਿਹਨਾਂ ਨੇ ਕਿਤੇ ਨਾ ਉਹ ਬਣਾਈਆਂ ਹੈਗੀਆਂ। ਇੱਥੇ ਦੇ ਲੋਕਾਂ ਨੇ ਆਪਣੀ ਸੋਚ ਦਾ ਡਿਵੈਲਪਮੈਂਟ ਕਰਕੇ ਅੱਗੇ ਤੋਂ ਅੱਗੇ ਐਕਸਪੈਰੀਮੈਂਟ ਕਰਕੇ ਔਰ ਸਾਰੀਆਂ ਦੁਨੀਆ ਨੂੰ ਉਹ ਚੀਜ਼ਾਂ ਦਿੱਤੀਆਂ। ਇੱਕ ਜਿਹੜੀ ਲਾਈਟ ਬਲਬ ਹੈ, ਤੁਸੀਂ ਇਹ ਦੇਖ ਲਓ ਵੀ ਕਿੱਦਾਂ ਤੁਸੀਂ ਕੰਮ ਕਰਦੀ ਆ, ਉਹ ਸਾਰੀ ਭਗਵਾਨ ਉਹ ਲਾਈਟ ਬਣਾਉਣ ਵਾਲਾ ਕਿ ਬਾਕੀ ਲੋਕ ਜਿਹੜੇ ਅੰਧ ਵਿਸ਼ਵਾਸ ਵਿੱਚ ਪਾਉਂਦੇ ਆ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਲੋਕਾਂ ਨੂੰ ਪੜ੍ਹਨਾ ਚਾਹੀਦਾ ਆ ਕਿ ਸੱਚਾਈ ਕੀ ਆ ਔਰ ਅੰਧ ਵਿਸ਼ਵਾਸ ਕੀ ਆ। ਕਿਸੇ ਨੇ ਮੰਨ ਲਿਆ ਕਿ ਵੀ ਮੈਲ ਤੋਂ ਬੰਦਾ ਪੈਦਾ ਹੋ ਗਿਆ, ਕਿਸੇ ਨੇ ਮੰਨ ਲਿਆ ਕਿ ਮੱਛੀ ਦੇ ਪੇਟੋਂ ਪੈਦਾ ਹੋ ਗਿਆ, ਇਹ ਅਸੀਂ ਅੰਧ ਵਿਸ਼ਵਾਸ ਵਿੱਚ ਫਸੇ ਆ। ਇਹ ਜਿਹੜੀਆਂ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ ਹੈਗੀਆਂ। ਇਹਨਾਂ ਚੀਜ਼ਾਂ ਵਿੱਚ ਤਥਾਗਤ ਭਗਵਾਨ ਬੁੱਧ ਨੇ ਕਿਹਾ ਕਿ ਉਸ ਗੱਲ ਨੂੰ ਨਾ ਮੰਨੋ ਜਿਹੜੀ ਤੁਹਾਡੀ ਤਰਕ ਬੁੱਧੀ ਤੇ ਸਹੀ ਨਹੀਂ ਉਤਰਦੀ, ਉਸ ਗੱਲ ਨੂੰ ਮੰਨੋ ਜਿਹੜੀ ਤੁਹਾਡੀ ਬੁੱਧੀ ਤੇ ਕਿਤੇ ਨਾ, ਚਾਹੇ ਕੋਈ ਗੱਲ ਮੈਂ ਹੀ ਕਹੀ ਹੋਵੇ, ਉਸ ਨੂੰ ਨਾ ਮੰਨੋ ਜਦੋਂ ਤੱਕ ਤੁਸੀਂ ਉਸ ਚੀਜ਼ ਤੇ ਬਲੀਵ ਨਹੀਂ ਕਰਦੇ। ਇਹ ਚੀਜ਼ ਜਿਹੜੀ ਹੈ ਤਰਕਸ਼ੀਲ, ਇਹਨੂੰ ਕਹਿੰਦੇ ਤਰਕਸ਼ੀਲ। ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ। ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਇਹ ਤੁਸੀਂ ਮੇਰੇ ਵੀਰ ਪ੍ਰੇਮ ਮਾਨ ਹੁਣੀ ਲੰਡਨ ਤੋਂ ਜਿਨ੍ਹਾਂ ਨੇ ਫੋਨ ਕੀਤਾ। ਅਜੇ ਵੀ ਸਾਡੇ ਤੋਂ 7 ਮਿੰਟ ਤੋਂ ਉੱਪਰ ਟਾਈਮ ਥੋੜ੍ਹਾ ਜਿਹਾ ਹੈ। ਜਿੰਨੀਆਂ ਵੀ ਕਾਢਾਂ ਹੈਗੀਆਂ ਉਹਨਾਂ ਲੋਕਾਂ ਨੇ ਕੱਢੀਆਂ ਹੈਗੀਆਂ ਜਿਹੜੇ ਤਰਕ ਤੇ ਜਿਨ੍ਹਾਂ ਨੇ ਸੋਚਿਆ ਹੈਗਾ, ਜਿਨ੍ਹਾਂ ਨੇ ਵਿਗਿਆਨਕ ਸੋਚ ਜਿਨ੍ਹਾਂ ਦੀ ਸੀਗੀ। ਜੇ ਜੇਮਸ ਬਾਟ ਨੇ ਜਿਹੜਾ ਹੈਗਾ ਇੰਜਨ ਬਣਾਇਆ ਹੈਗਾ ਭਾਫ ਦਾ ਇੰਜਨ, ਅਤੇ ਜਦੋਂ ਉਹਨੇ ਪਤੀਲਾ ਭਾਫ ਨਾਲ ਤਾਂ ਨੂੰ ਪਤੀਲੇ ਦਾ ਢੱਕਣ ਜਾਣੀ ਕਿ ਉੱਠਦਾ ਦੇਖਿਆ, ਅਤੇ ਫਿਰ ਉਹਨੇ ਸੋਚਿਆ ਵੀ ਕੀ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਜੀ ਡਾਕਟਰ ਸਾਹਿਬ ਬਲਵੀਰ ਹੈ ਬੋਲਦੇ। ਹਾਂਜੀ, ਕੀ ਕਹਿਣਾ ਚਾਹੋਗੇ? ਬੜੀ ਮੁਸ਼ਕਿਲ ਨਾਲ ਤੁਹਾਡਾ ਫੋਨ ਮਿਲਿਆ ਜੀ। ਹਾਂਜੀ ਹਾਂਜੀ ਡਾਕਟਰ ਸਾਹਿਬ। ਹਾਂ ਸੁਣ ਰਿਹਾ। ਹੈਲੋ, ਸੁਣਦੇ ਜੀ ਆਵਾਜ਼? ਹਾਂਜੀ ਬਿਲਕੁਲ ਸੁਣ ਰਹੀ ਜੀ। ਹਾਂਜੀ ਡਾਕਟਰ ਸਾਹਿਬ, ਗੱਲ ਇਹ ਆ ਵੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਹਾਂਜੀ ਥੈਂਕ ਯੂ। ਔਰ ਸਾਰੇ ਜਿਹੜੇ ਤੁਹਾਡੇ ਕਾਲਰ ਆ ਉਹ ਵੀ ਬਹੁਤ ਵਧੀਆ। ਹਾਂ, ਉਹਨਾਂ ਨੂੰ ਅਸੀਂ ਸ਼ਾਬਾਸ਼ ਦਿੰਦੇ ਆ ਵੀ ਜਿਹੜੇ ਸਾਨੂੰ ਵੀ ਜਵਾਬਦੇ ਰਹਿੰਦੇ ਆ। ਥੈਂਕ ਯੂ ਜੀ, ਥੈਂਕ ਯੂ। ਔਰ ਪਹਿਲ ਤੁਸੀਂ ਕਰਦੇ ਆ ਤਾਂ ਮਗਰ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ। ਕਿਉਂਕਿ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲਦਾ ਆ। ਚੇਤਾ ਕਰਦਾ ਹੁੰਦਾ ਵੀ ਤੁਹਾਨੂੰ ਫੋਨ ਨਾ ਕਰੀਏ, ਗੱਲਾਂ ਸੁਣੀਏ। ਪਰ ਗੱਲ ਇਹ ਹੈਗੀ ਆ ਵੀ ਨਵੀਆਂ ਗੱਲਾਂ ਨਿਕਲਦੀਆਂ ਹੈਗੀਆਂ ਤਾਂ ਪਤਾ ਲੱਗਦਾ ਹੈਗਾ। ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਪਹਾੜਾਂ ਦੇ ਅੰਦਰ ਜਾਂਦੇ ਹੈਗੇ ਆ, ਔਰ ਉੱਥੇ ਅੱਗ ਬਲਦੀ ਆ, ਕਿਤੇ ਪਾਣੀ ਉਬਲਦਾ, ਕਿਤੇ ਉਹ ਕੁਦਰਤੀ ਤੌਰ ਤੇ ਅੱਗ ਬਲਦੀ ਹੈਗੀ ਆ, ਜਾਂ ਕੁਦਰਤੀ ਤੌਰ ਤੇ ਕਿਤੇ ਪਾਣੀ ਉਬਲਦਾ, ਕਿਤੇ ਠੰਡਾ ਹੋਈ ਜਾਂਦਾ ਹੈਗਾ ਆ।
ਉਹ ਇੱਕ ਬਹੁਤ ਵਧੀਆ ਜਿਹੜਾ ਕਮਾਈ ਦਾ ਜ਼ਰੀਆ ਬਣਿਆ ਹੈਗਾ। ਉੱਥੇ ਜਿਹੜੀ ਅੱਗ ਬਲਦੀ ਨਾ ਬਹੁਤ ਸਾਰੇ ਥਾਂ ਤੇ ਪਹਾੜਾਂ ਦੇ ਅੰਦਰ, ਉੱਥੇ ਕੰਪਨੀਆਂ ਗਈਆਂ ਸੀਗੀਆਂ। ਹੁਣ ਮੈਨੂੰ ਪੂਰਾ ਤਾਂ ਨਹੀਂ ਉਹਦਾ ਯਾਦ ਹੈਗਾ, ਪਰ ਕਾਫੀ ਦੇਰ ਮੈਨੂੰ ਹੋ ਗਿਆ ਇਸ ਗੱਲ ਨੂੰ ਸਟੱਡੀ ਕੀਤੇ ਨੂੰ। ਉਹਨਾਂ ਨੇ ਕਿ ਉਹ ਗੈਸ ਦੇ ਕਰਕੇ ਉਹ ਅੱਗ ਬਲਦੀ ਉੱਥੇ, ਤੇ ਗੈਸ ਧਰਤੀ ਦੇ ਵਿੱਚ ਬਹੁਤ ਥੋੜੀ ਆ। ਕੰਪਨੀਆਂ ਨੇ ਸਰਚ ਕੀਤੀ ਸੀ ਵੀ ਉੱਥੇ ਅਸੀਂ ਕੋਈ ਪਲਾਂਟ ਲਾਈਏ ਆਪਣਾ ਤੇ ਉਸ ਗੈਸ ਨੂੰ ਕੱਢੀਏ, ਪਰ ਉਹਨਾਂ ਦੇ ਉਹ ਖਰਚੇ ਤੋਂ ਘੱਟ ਆ ਗੈਸ, ਉਹ ਜਿੰਨਾ ਉਹਨਾਂ ਦਾ ਖਰਚਾ। ਇਸ ਕਰਕੇ ਉਹਨਾਂ ਨੂੰ ਫਾਇਦਾ ਨਹੀਂ ਉੱਥੇ ਉਹ ਗੈਸ ਕੱਢਣ ਦਾ। ਉਹ ਥੋੜੀ ਬਹੁਤੀਆਂ ਉੱਥੇ ਲਾਟਾਂ ਜਿਹੀਆਂ ਬਲਦੀਆਂ ਰਹਿੰਦੀਆਂ ਕਿਤੇ ਨਾ ਕਿਤੇ। ਤੇ ਉਹਨਾਂ ਦਾ ਮਤਲਬ ਜਾਣੀ ਬਹੁਤ ਸਾਰੇ ਉਸ ਗੱਲ ਨੂੰ ਲੈ ਕੇ ਉੱਥੇ ਮੱਥਾ ਟੇਕਣ ਲਈ ਪੈਸਾ ਇੰਨਾ ਚੜ ਰਿਹਾ ਹੈਗਾ ਵੀ ਜੇ ਕਿਸੇ ਨਾਲ ਇਹ ਗੱਲ ਵੀ ਕਰੋ ਨਾ, ਇੱਥੇ ਗੱਲ ਚੱਲਦੀ ਸੀ ਤੇ ਉੱਥੇ ਇਹ ਗੱਲ ਕੀਤੀ ਵੀ ਇਹ ਜਿਹੜਾ ਮਤਲਬ ਅੱਗ ਲੱਗੀ ਹੋਈ ਹੈਗੀ ਇਸ ਕਾਰਨ ਲੱਗੀ ਹੋਈ, ਉੱਥੇ ਗੈਸ ਹੈਗਾ ਪਰ ਬਹੁਤ ਥੋੜਾ ਹੈ। ਪਰ ਉਹ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ, ਕਿਉਂਕਿ ਉਹਨਾਂ ਤਾਂ ਉਹ ਉੱਥੋਂ ਆਏ ਹੁੰਦੇ, ਉਹ ਯਕੀਨ ਹੁੰਦਾ ਉਹਨਾਂ ਗੱਲਾਂ ਤੇ ਯਕੀਨ। ਉੱਦਾਂ ਤਾਂ ਤੁਹਾਨੂੰ ਪਤਾ ਵੀ 3 ਚੀਜ਼ਾਂ ਦੇ ਕਾਰਨ ਅੱਗ ਲੱਗ ਸਕਦੀ ਹੈ, ਸਾਇੰਸ ਦਾ ਇਹ ਰੂਲ ਹੈਗਾ ਆ, ਉੱਦਾਂ ਲੱਗ ਨਹੀਂ ਸਕਦੀ ਹੈਗੀ। ਤੇ ਪਰ ਕਿਉਂਕਿ ਸਾਡੀ ਮਾਨਸਿਕਤਾ ਇੱਦਾਂ ਦੀ ਹੈਗੀ ਵੀ ਅਸੀਂ ਉਸ ਸੁਸਾਇਟੀ ਦੇ ਵਿੱਚ ਬੜੇ ਹਾਂ ਜਿੱਥੇ ਇੱਦਾਂ ਦੀਆਂ ਗੱਲਾਂ ਅਜੇ ਤੱਕ ਵੀ ਚੱਲਦੀਆਂ ਹੈਗੀਆਂ, ਭਾਵੇਂ ਇਹ 21ਵੀਂ 22ਵੀਂ ਸਦੀ ਚੱਲ ਪਈ ਆ, ਪਰ ਅਸੀਂ ਸਾਡੇ ਦਿਮਾਗ ਜਿਹੜੇ ਸਾਡੀ ਸੁਸਾਇਟੀ ਉਹ ਉੱਥੇ ਦੀ ਉੱਥੇ ਹੀ ਹਾਲੇ ਬੈਠੀ ਹੈਗੀ ਆ। ਇੱਦਾਂ ਹੀ ਹੋਰ ਵੀ ਆ, ਪਾਣੀ ਦੀਆਂ ਗੱਲਾਂ ਵੀ ਆ। ਜੇ ਤੰਗ ਥਾਂ ਤੋਂ ਨਿਕਲੀ ਜਾਂਦਾ ਤਾਂ ਉੱਥੇ ਹੀ ਮੱਥਾ ਟੇਕੀ ਜਾਂਦੇ ਲੋਕ। ਉਹ ਮੰਨਦੇ ਆ ਵੀ ਜਾਣੀ ਇਹ ਕੋਈ ਕ੍ਰਿਸ਼ਮਾ ਹੈਗਾ ਆ, ਕਿਤੇ ਆ ਰਿਹਾ ਹੈਗਾ। ਹਾਲਾਂਕਿ ਉਹਦਾ ਪਿੱਛੇ ਜਿਹੜਾ ਲੌਜਿਕ ਉਹ ਹੋਰ ਕੁਛ ਹੁੰਦਾ ਆ। ਇਹ ਕਮਾਈ ਦੇ ਜਿਹੜੇ ਸਾਧਨ ਹੈ ਬਹੁਤ ਵੱਡੇ ਹੈਗੇ ਆ। ਤੁਹਾਡਾ ਪ੍ਰੋਗਰਾਮ ਮੈਨੂੰ ਬਹੁਤ ਵਧੀਆ ਲੱਗਾ। ਗੱਲ ਇਹ ਆ ਵੀ ਤਰਕਸ਼ੀਲਤਾ ਜਿਹੜੀ ਹੈਗੀ ਆ ਅਸਲ ਵਿੱਚ ਘੋਖਣਾ ਵਿਚਾਰਨਾ ਗੱਲ ਨੂੰ ਹੈਗਾ ਆ। ਜੇ ਅਸੀਂ ਵਿਚਾਰਾਂਗੇ ਘੋਖਾਂਗੇ, ਜੇ ਕਿਤੇ ਕੋਈ ਨੁਕਸ ਹੈਗਾ ਤਾਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਜ਼ਰੂਰ ਕਿਸੇ ਨਤੀਜੇ ਤੇ ਪਹੁੰਚ ਜਾਂਦੇ ਹਾਂ। ਨਹੀਂ ਤਾਂ ਸਾਰੇ ਬਾਬੇ ਦੇਖ ਲਓ ਵੀ ਜਿੰਨੇ ਵੀ ਹੈਗੇ ਆ ਗਰਮੀਆਂ ਦੇ ਵਿੱਚ ਪੱਖੇ ਲਾ ਕੇ ਬੈਠੇ ਸੀ, ਹੀਟਰ ਲਾ ਕੇ ਕੂਲਰ ਲਾ ਕੇ ਬੈਠੇ ਸੀ ਨਾ। ਤੇ ਜਦੋਂ ਹੁਣ ਠੰਡ ਆ ਜਾਣੀ ਆ ਤਾਂ ਇਹਨਾਂ ਨੇ ਸੈਂਟਰ ਹੀਟ ਔਨ ਕਰ ਲੈਣੀ ਆ। ਤੇ ਸਾਡੇ ਵਾਲਾ ਸਿਸਟਮ ਨਹੀਂ ਸਾਰਾ ਵਰਤਣਾ ਹੈਗਾ। ਸਾਡੇ ਕੋਲ ਤਾਂ ਸ਼ਕਤੀ ਵੀ ਨਹੀਂ ਹੈਗੀ, ਸਾਨੂੰ ਤਾਂ ਸੈਂਟਰ ਹੀਟ ਔਨ ਕਰਨੀ ਪੈਂਦੀ। ਉਹ ਵੀ ਇਹੀ ਕੰਮ ਕਰਦੇ ਆ ਤੇ ਉਹਨਾਂ ਨੂੰ ਤਾਂ ਆਪਣੀ ਸ਼ਕਤੀ ਨਾਲ ਹੀ ਕੁਛ ਨਾ ਕਰ ਲੈਣਾ ਚਾਹੀਦਾ ਵੀ ਜਿੱਦਾਂ ਹੀਟ ਪੈਦਾ ਕਰ ਦੇਣੀ ਚਾਹੀਦੀ ਹੈ ਜਾਂ ਕੋਈ ਠੰਡ ਤੋਂ ਬਚਣ ਵਾਲੇ ਕੋਈ ਇੱਦਾਂ ਦੇ ਇੰਤਜ਼ਾਮ ਕਰਨੇ ਚਾਹੀਦੇ। ਤਾਂ ਸਾਨੂੰ ਕਮਲਿਆਂ ਸਾਡੇ ਵਰਗੇ ਲੋਕ ਬਹੁਤ ਆ, ਉਹਨਾਂ ਕੋਲ ਗਾਹਕ ਬਹੁਤ ਹੈਗੇ ਆ। ਤੇ ਠੀਕ ਹੈ, ਤੁਹਾਡਾ ਸੁਨੇਹਾ ਬਹੁਤ ਵਧੀਆ ਆ ਔਰ ਪਹੁੰਚਾਓ ਔਰ ਜ਼ਰੂਰ ਦਿਮਾਗ ਨੂੰ ਹਿਲਾਉਣਾ ਦਿੰਦੇ ਤੁਸੀਂ। ਥੈਂਕ ਯੂ ਮੇਰੇ ਵੀਰ। ਇਹ ਤੁਸੀਂ ਜੀ ਬਲਬੀਰ ਰਾਏ ਹੋਣੀ ਜਿਨ੍ਹਾਂ ਨੇ ਆਪਣੀ ਟੈਲੀਫੋਨ ਕਾਲ ਦੇ ਰਾਹੀਂ ਵਿਚਾਰ ਸਾਨੂੰ ਦਿੱਤੇ ਹੈਗੇ ਆ। ਅਜੇ ਸਾਡੇ ਤੋਂ 3 ਮਿੰਟ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਵੀ ਕਾਲਰਸ ਨੇ ਅਜੇ ਤੱਕ ਟੈਲੀਫੋਨ ਕਾਲ ਕੀਤੀਆਂ ਹੈਗੀਆਂ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਕਿਉਂਕਿ ਹੈਲੋ ਜੀ, ਕੌਣ ਤੁਸੀਂ ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਮੈਂ ਪੁਰਸ਼ੋਤਮ ਬੋਲ। ਹਾਂਜੀ ਪੁਰਸ਼ੋਤਮ ਜੀ, ਕੀ ਕਹਿਣਾ ਚਾਹੋਗੇ? ਮੈਨੂੰ ਤਾਂ ਡਾਕਟਰ ਸਾਹਿਬ ਲੱਗਦਾ ਜਿਹੜਾ ਤਰਕਸ਼ੀਲਤਾ ਦਾ ਡੈਫੀਨੇਸ਼ਨ ਹੈ ਨਾ, ਉਹ ਤਾਂ ਸੋਚ ਦਾ ਸਫ਼ਰ ਹੈ। ਅੱਛਾ ਜੀ, ਹਾਂਜੀ। ਤੇ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆ ਇਹ ਵੀ ਤੁਸੀਂ ਨਾ ਸੋਚ ਦਾ ਸਫ਼ਰ ਹੀ ਕਰ ਰਹੇ ਆ, ਸਾਰਿਆਂ ਨੂੰ ਗਿਆਨਤਾ ਦੇ ਰਹੇ ਆ ਔਰ ਬਹੁਤ ਇੰਟਰਸਟਿੰਗ ਪ੍ਰੋਗਰਾਮ ਬਣਦਾ ਜਾਂਦਾ ਹੈ। ਔਰ ਸਾਰੇ ਜਿੰਨੇ ਵੀ ਕੰਟਰੀਬਿਊਟ ਕੀਤਾ ਬਹੁਤ ਸੋਹਣੀ ਕੰਟਰੀਬਿਊਸ਼ਨ ਕੀਤੀ ਹੈ। ਮੇਰੇ ਨਾਲ ਦਿਮਾਗ ਦੇ ਵਿੱਚ ਇੱਕ ਚੀਜ਼ ਆ ਰਹੀ ਸੀ ਕਿ ਸਾਡਾ ਉੱਥੇ ਬੰਦਾ ਉੱਥੇ ਇੰਡੀਆ ਦੇ ਵਿੱਚ ਬਿਮਾਰ ਹੋ ਗਿਆ, ਹਸਪੀਟਲ ਲੈ ਗਏ ਉਹਨੂੰ। ਹਾਂਜੀ। ਤੇ ਉਹਨੂੰ ਬਲੱਡ ਦੀ ਜ਼ਰੂਰਤ ਸੀ, ਬਲੱਡ ਦਿੱਤਾ, ਉਹ ਥੋੜਾ ਜਿਹਾ ਠੀਕ ਹੋ ਗਿਆ ਤਾਂ ਘਰ ਲੈ ਆਂਦਾ। ਤੇ ਮਾਂ ਬਾਪ ਨੇ ਦੇਖਿਆ ਕਿ ਬਈ ਇਹਦਾ ਜਿਹੜਾ ਕੰਮ ਹੈ ਨਾ ਇਹ ਹਸਪੀਟਲ ਦਾ ਨਹੀਂ ਆ, ਇਹ ਫਲਾਨੇ ਥਾਂ ਤੇ ਕੋਈ ਆਦਮੀ ਹੈਗਾ ਉਹ ਦਵਾ ਦਿੰਦਾ ਆ ਤਾਂ ਇਹ ਉਹਨੇ ਠੀਕ ਕਰ ਦੇਣਾ। ਅੱਛਾ। ਉਹਨੂੰ ਨਾ ਹਰ ਹਫ਼ਤੇ ਉਹ ਕਾਫੀ ਤਕਰੀਬਨ 50-60 ਮਾਈਲ ਜਿਨ੍ਹਾਂ ਦੇ ਜਿੱਥੇ ਰਹਿੰਦੇ ਸੀ ਨਾ ਉੱਥੇ ਲੈ ਕੇ ਜਾਂਦੇ ਹੁੰਦੇ ਸੀ ਹਰ ਹਫ਼ਤੇ। ਤੇ ਉਹ ਦਵਾ ਦਿੰਦਾ ਸੀ ਜਾਂ ਪਾਣੀ ਦੇ ਦਿੰਦਾ ਸੀ, ਲੈ ਆਉਂਦੇ ਸੀ। ਤੇ ਇੱਕ ਦਿਨ ਐਸਾ ਆਇਆ ਕਿ ਬਈ ਉਹਦੇ ਕੋਲ ਤਾਂ ਉੱਠ ਵੀ ਨਹੀਂ ਹੁੰਦਾ ਸੀ ਤਾਂ ਉਹ ਮਰ ਗਿਆ। ਮੈਂ ਨਾ ਸੋਚਦਾ ਹੁੰਦਾ ਸੀ ਕਿ ਵੀ ਇਹ ਲੋਕਾਂ ਦੀ ਵਿਚਾਰ ਕਿੱਦਾਂ ਬਦਲ ਸਕਦੀ ਆ ਕਿ ਡਾਕਟਰ ਦਾ ਇਲਾਜ ਕਰਦੇ ਆ, ਉਹ ਕਰਦੇ ਕਰਦੇ ਇਹਨਾਂ ਨੇ ਬੰਦ ਕਰ ਦਿੱਤਾ ਤੇ ਉੱਥੋਂ ਦੂਸਰੇ ਪਾਸੇ ਚਲੇ ਗਏ ਜਿੱਥੇ ਇਲਾਜ ਕੋਈ ਨਹੀਂ ਹੋ ਰਿਹਾ। ਤੇ ਉਹ ਜਿਹੜਾ ਆਦਮੀ ਇਲਾਜ ਕਰਦਾ ਸੀ ਉਹ ਉਹਨਾਂ ਨੂੰ ਮਾਂ ਬਾਪ ਨੂੰ ਦੱਸਦਾ, ਕਹਿੰਦਾ ਤੁਸੀਂ ਫਿਕਰ ਨਾ ਕਰੋ, ਇਹਦੀ ਬਿਮਾਰੀ ਮੈਂ ਆਪਣੇ ਉੱਤੇ ਲੈ ਲਈ ਆ, ਇਹਨੇ ਠੀਕ ਹੋ ਜਾਣਾ ਆ। ਉਹ ਠੀਕ ਤਾਂ ਕੀ ਹੋਇਆ, ਉਹਨੇ ਆਪਣੀ ਜਾਨ ਹੀ ਦੇ ਦਿੱਤੀ।
ਕਿ ਇਹ ਜਿਹੜੇ ਵਿਚਾਰ ਜਿੱਦਾਂ ਇਦਾਂ ਦੇ ਲੋਕ ਹੈਗੇ ਆ, ਉਹਨਾਂ ਦਾ ਦਿਮਾਗ ਬਹੁਤ ਚਾਰਜ ਕਰਨ ਵਾਲਾ ਹੈਗਾ ਆ ਕਿ ਇਹ ਜਿੱਦਾਂ ਤੁਸੀਂ ਆਹ ਪ੍ਰੋਗਰਾਮ ਕਰਦੇ ਆ, ਇਹ ਲੋਕਾਂ ਦਾ ਦਿਮਾਗ ਚਾਰਜ ਕਰਦੇ ਔਰ ਡੈਫੀਨੇਟਲੀ ਸੋਚ ਬਦਲੇਗੀ। ਥੈਂਕ ਯੂ ਜੀ, ਥੈਂਕ ਯੂ ਮੇਰੇ ਵੀਰ, ਬਹੁਤ ਸੋਹਣਾ ਕਰਦੇ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਪੁਰਸ਼ੋਤਮ ਭੰਮਰ ਹੋਣੀ। ਹੁਣ ਟਾਈਮ ਬਿਲਕੁਲ ਨਹੀਂ ਹੈ, ਸਿਰਫ ਕੁਝ ਸੈਕਿੰਡ ਹੀ ਰਹਿੰਦੇ ਹੈਗੇ। ਮੈਂ ਅਗਲੇ ਹਫ਼ਤੇ ਜਿਹੜਾ ਹੈਗਾ ਤੁਹਾਨੂੰ ਨਈ ਪ੍ਰੋਗਰਾਮ ਲੈ ਕੇ ਆਊਂਗਾ। ਰਿਪੀਟ ਕਰਨਾ ਪੈਣਾ ਕਿਉਂਕਿ ਮੈਂ ਛੁੱਟੀਆਂ 'ਤੇ ਹੈਗਾ। ਤੁਹਾਡੇ ਸਾਰੇ ਕਾਲਰਸ ਦਾ ਮੈਂ ਬਹੁਤ ਧੰਨਵਾਦੀ ਹੈਗਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਆ, ਜਿਹੜੇ ਇਸ ਪ੍ਰੋਗਰਾਮ ਵਿੱਚ ਕੰਟਰੀਬਿਊਟ ਕਰਦੇ ਹੈਗੇ ਆ। ਜਿਹੜੇ ਵੀ ਵਿਚਾਰ ਹੈਗੇ ਆ, ਆਪਣੇ ਕਾਲਰਸ ਦੇ ਵਿਚਾਰ ਹੈਗੇ ਆ, ਉਹਦੇ ਨਾਲ ਸਾਡੇ ਟੈਲੀਵਿਜ਼ਨ ਦਾ ਸਹਿਮਤ ਹੋਣਾ ਨਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਹੈਗਾ, ਅਤੇ ਨਾ ਮੇਰਾ ਵੀ ਸਹਿਮਤ ਹੋਣਾ ਅਤੇ ਨਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਪਰ ਇੱਕ ਗੱਲ ਸੱਚੀ ਪੱਕੀ ਹੈ ਕਿ ਜਿਹੜੀ ਵੀ ਦੁਨੀਆ ਵਿੱਚ ਪ੍ਰੋਗਰੈਸ ਅਜੇ ਤੱਕ ਹੋਈ ਹੈਗੀ ਆ, ਉਹ ਵਿਗਿਆਨਕ ਸੋਚ ਨੇ ਜਿਹੜੀ ਹੈਗੀ ਆ ਪ੍ਰੋਗਰੈਸ ਕੀਤੀ ਹੈ। ਤਰਕਸ਼ੀਲਤਾ ਦੇ ਕਰਕੇ ਜਿਹੜੀ ਪ੍ਰੋਗਰੈਸ ਹੋਈ ਹੈਗੀ, ਜਿੰਨੇ ਵੀ ਅਸੀਂ ਜਿਹੜੀਆਂ ਸੁੱਖ ਆਨੰਦ ਅਸੀਂ ਮਾਣ ਰਹੇ ਹੈਗੇ ਹਾਂ, ਖੁਸ਼ੀਆਂ ਮਾਣ ਰਹੇ ਹੈਗੇ ਹਾਂ, ਇਹ ਤਰਕਸ਼ੀਲਤਾ ਨੇ ਲਿਆਂਦੀਆਂ ਹੈਗੀਆਂ। ਮੈਨੂੰ ਇੱਥੇ ਤੁਸੀਂ ਇਜਾਜ਼ਤ ਦਿਓ। ਜਿਹੜਾ ਹੈਗਾ ਅਗਲੇ ਹਫ਼ਤੇ ਤੋਂ ਬਾਅਦ, ਯਾਨੀ ਕਿ ਫਿਰ ਤੁਹਾਨੂੰ ਫੇਰ ਮਿਲੂਗਾ। ਅਗਲੇ ਹਫ਼ਤੇ ਮੇਰਾ ਕੋਈ ਰਿਪੀਟ ਪ੍ਰੋਗਰਾਮ ਲਾਵਾਂਗੇ। ਹੈਵ ਅ ਗੁੱਡ ਡੇ।